ਬੰਦਨਾ। ਸਿਮਰੋ ਅੰਗਦ ਦੋਖ ਨਿਕੰਦਨਾ। ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਵਿਘਨਨ ਕੇ ਨਾਸ਼ਕ ਵਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲ। ਧਰਉ ਧਰਾ ਧਰ ਪੁਨ ਪੁਨ ਸੀਸ ਜੀ ਪੁਨ ਪੁਨ ਸੀਸ। ਬੰਦੋਹੋ ਬਾਰ ਬਾਰ ਜਗਦੀਸ਼। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਹ ਕਰ ਅਨੁਰਾਗ। ਇਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਮ੍ਰਿਤਕਾ ਕੇਤਕ ਜਬੈ ਨਿਕਾਰੀ। ਕੰਨਤ ਕੂਪਕੀ ਮਨੈ ਨਿਹਾਰੀ। ਮੁਦਤ ਭੈ ਸਭ ਖੋਦਨ ਕਰੇ। ਕੋ ਨਿਕਾਸ ਮਾਟੀ ਕੋ ਧਰੇ। ਪਰਮ ਸਨਮਾਨਯੋਗ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ। ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਉਪਸਥਿਤ ਹੋਏ ਗੁਰੂ ਸਵਾਰੇ ਸਤਸੰਗੀ ਜਨੋ। ਆਓ ਸਤਿਗੁਰੂ ਜੀ ਕੀ ਅਪਾਰ ਰਹਿਮਤ ਨਾਲ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਪ੍ਰਾਰੰਭਤਾ ਕਰੀਏ। ਗੁਰੂ ਇਤਿਹਾਸ ਕੀ ਲੜੀਵਾਰ ਕਥਾ ਮਹਾਰਾਜ ਕੇ ਇਹਨਾਂ ਪਵਿੱਤਰ ਅਸਥਾਨਾਂ ਤੇ ਆਪ ਸੰਗਤ ਰੋਜ਼ਾਨਾ ਪ੍ਰੇਮ ਅਦਬ ਭਾਵਨਾ ਸਹਿਤ ਸਰਵਣ ਕਰਦੇ ਹੋ। ਚਲਦੀ ਆ ਰਹੀ ਲੜੀ ਤਹਿਤ ਥੋੜਾ ਜਿਹਾ ਸਮਾਂ ਮਹਾਰਾਜ ਕੇ ਜੀਵਨ ਬਿਰਤਾਂਤਾਂ ਨਾਲ ਜੁੜਨ ਦਾ ਯਤਨ ਕਰਦੇ ਹਾਂ। ਪ੍ਰਥਮ ਮਹਾਰਾਜ ਤੋਂ ਆਗਿਆ ਲਈਏ। ਰਸਨਾ ਪਵਿੱਤਰ ਕਰਨੀ ਗੁਰੂ ਫਤਿਹ ਨਾਲ ਸਾਂਝ ਪਾਓ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੀਆਂ ਦੀਵਾਨਾਂ ਅੰਦਰ ਜਿੱਥੇ ਸੰਪੰਨਤਾ ਹੋਈ, ਜਿਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਲਖਨੌਰ ਦੀ ਧਰਤੀ ਤੇ ਵਿਚਰ ਰਹੇ ਨੇ, ਮਹਾਰਾਜ ਨੇ ਇੱਛਾ ਪ੍ਰਗਟ ਕੀਤੀ ਹੈ ਮਿੱਠਾ ਸ਼ੁੱਧ ਜਲ ਪੀਣ ਦੀ। ਕਿਉਂਕਿ ਇਸ ਧਰਤੀ ਤੇ ਕਿਤੇ ਵੀ ਦੂਰ ਦੂਰ ਤੱਕ ਮਿੱਠਾ ਜਲ ਨਹੀਂ ਹੈ। ਮਾਤਾ ਜੀਆਂ ਨੇ ਇੱਥੋਂ ਦੇ ਮੁਖੀ ਮਸੰਦ ਭਾਈ ਜੇਠੇ ਨੇ ਪੁੱਛਿਆ ਕਿ ਕਿਤੇ ਕੋਈ ਖੂਹ ਹੈ ਜਿਸ ਦਾ ਜਲ ਮਿੱਠਾ ਹੋਵੇ? ਕਹਿਣ ਲੱਗੇ ਨਹੀਂ ਮਾਤਾ ਜੀ। ਮਹਾਰਾਜ ਨੇ ਬਖਸ਼ਿਸ਼ ਕੀਤੀ। ਮਾਤਾ ਜੀਆਂ ਨੇ ਇਸ਼ਾਰਾ ਕੀਤਾ, ਨਗਰ ਦੇ ਪੰਜ ਜਨ ਸੱਦੇ, ਸਭ ਨੂੰ ਮਿਲ ਕਰਕੇ ਕਿਹਾ ਕਿ ਕਾਪ ਉਦਮ ਕਰੋ, ਇੱਥੋਂ ਕੁਝ ਮ੍ਰਿਤਕਾ ਮਿੱਟੀ ਖੋਦੋ ਤਾਂ ਜੋ ਥੱਲੇ ਪੁਰਾਤਨ ਖੂਹ ਮਿਲੇਗਾ ਜਿਸ ਦੇ ਅੰਦਰ ਮਿੱਠਾ ਜਲ ਪ੍ਰਾਪਤ ਹੋਵੇਗਾ। ਉਦਮ ਆਪ ਕਰ ਸਕਦੇ ਹੋ।
ਸੋ ਮਾਤਾ ਜੀਓ ਕੇ ਹੋਏ ਇਸ਼ਾਰੇ ਦੇ ਅਨੁਸਾਰ ਨਗਰ ਦੇ ਮਨੁੱਖਾਂ ਨੇ ਮਿਲ ਕਰਕੇ ਕਾਰਜ ਪ੍ਰਾਰੰਭ ਕੀਤਾ ਹੈ। ਪ੍ਰਥਮ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਤੇ ਹਾਵਲ ਕੜਾਹ ਪ੍ਰਸ਼ਾਦ ਕੀ ਦੇਗ ਵਰਤੀ। ਉਸ ਤੋਂ ਅੱਗੇ ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਜਿਸ ਵਕਤ ਫਿਰ ਉਸ ਥਾਂ ਦੀ ਖੁਦਾਈ ਦੇ ਕਾਰਜ ਪ੍ਰਾਰੰਭ ਕੀਤੇ ਗਏ। ਖਨਤ ਕੂਪ ਕੀ ਮਣਹਿ ਨਿਕਾਰੀ, ਉਹ ਜਿਹੜਾ ਕੋਈ ਪੁਰਾਣਾ ਖੂਹ ਉਸ ਥਾਂ ਤੇ ਲੱਗਿਆ ਹੋਇਆ ਸੀ, ਕੁਝ ਕਾਰਨਾਂ ਕਰਕੇ ਉਹਦੇ ਉੱਪਰ ਮਿੱਟੀ ਪਾ ਕੇ ਦੱਬ ਕੇ ਬੰਦ ਕਰ ਦਿੱਤਾ ਗਿਆ। ਜਦੋਂ ਕੁਝ ਧਰਤੀ ਖੋਜੀ ਗਈ, ਥੱਲੋਂ ਉਸ ਦੀ ਮਣ ਨਿਕਲ ਆਈ ਹੈ। ਫਿਰ ਨਗਰ ਦੇ ਹੋਰ ਮਨੁੱਖ ਇਕੱਤਰ ਹੋ ਕਰਕੇ ਮੁਦਤ ਭਏ ਸਭ ਖੋਦਨ ਕਰੇ, ਸਾਰੇ ਨਾਲੇ ਪ੍ਰਸੰਨ ਹੁੰਦੇ ਹਨ ਤੇ ਨਾਲੀ ਖੋਦਦੇ ਹਨ। ਕੋ ਨਿਕਸੈ ਮਾਟੀ ਕੋ ਧਰੈ, ਕੋਈ ਖੋਦ ਰਿਹਾ ਹੈ, ਕੋਈ ਵਿੱਚੋਂ ਮਿੱਟੀ ਕੱਢ ਕੇ ਪਾਸੇ ਕਰ ਰਿਹਾ ਹੈ। ਇਸ ਵਿਧ ਸਾਰਾ ਨਗਰ ਲਖਨੌਰ ਮਿਲ ਕਰਕੇ ਇਹ ਉਦਮ ਕਰ ਰਿਹਾ ਹੈ ਜੀ। ਸਖਲ ਗ੍ਰਾਮ ਕੇ ਨਰ ਮਿਲ ਗਏ, ਸਾਰੇ ਨਗਰ ਦੇ ਜਿਤਨੇ ਵੀ ਮਨੁੱਖ ਹਨ ਸਭ ਆਪਸ ਵਿੱਚ ਮਿਲ ਕਰਕੇ ਇਹ ਸੇਵਾ ਕਰ ਰਹੇ ਹਨ। ਤੂਰਨ ਕਾਰ ਕਰਤ ਸੋ ਭਏ, ਜਲਦੀ ਨਾਲ ਜਿਵੇਂ ਹੁਕਮ ਹੋਇਆ ਹੈ, ਇਹ ਜਿਹੜੀ ਕਾਰ ਹੈ ਮਹਾਰਾਜ ਜੀ ਕੀ ਬਖਸ਼ੀ ਹੋਈ ਹੈ ਸੇਵਾ, ਮਿੱਠਾ ਜਲ ਪ੍ਰਾਪਤ ਕਰਨ ਦੇ ਲਈ ਖੂਹ ਖੋਦ ਰਹੇ ਹਨ। ਦਿਵਸ ਤੀਸਰੇ ਕੀ ਨਸ ਤਿਆਰੀ, 3 ਦਿਨਾਂ ਦਾ ਜਿਹੜਾ ਸਮਾਂ ਹੈ ਇਸ ਖੁਦਾਈ ਦੇ ਦੌਰਾਨ ਬਤੀਤ ਹੋ ਗਿਆ ਹੈ ਜੀ। ਨਿਕਸਿਓ ਮਦਰ ਤਬੈ ਬਰਬਾਰੀ, ਤੇ 3 ਦਿਨ ਨਿਰੰਤਰ ਖੁਦਾਈ ਕਰਦਿਆਂ ਤੀਜੇ ਦਿਨ ਜਾ ਕਰਕੇ ਖੂਹ ਦੀ ਖੁਦਾਈ ਸੰਪੂਰਨ ਹੋਈ। ਖੁਦਾਈ ਹੋਣ ਤੋਂ ਉਪਰੰਤ ਫਿਰ ਜਿਹੜਾ ਥੱਲੋਂ ਜਲ ਮਿਲਿਆ ਹੈ ਉਹ ਜਲ ਕੱਢ ਕੇ ਲਿਆਂਦਾ ਗਿਆ ਹੈ। ਸਤਿਗੁਰ ਕੇ ਸਮੀਪ ਲੈ ਆਏ, ਤੇ ਇੱਕ ਵਿਸ਼ੇਸ਼ ਬਰਤਨ ਅੰਦਰ ਪਾ ਕਰਕੇ ਉਹ ਜਿਹੜਾ ਜਲ ਹੈ ਪ੍ਰਥਮ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੇ ਪਾਸ ਲੈ ਕਰ ਆਏ ਹਨ। ਪਾਨ ਕੀਨ ਆਛੇ ਹਰ ਖਾਏ, ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਹ ਜਿਹੜਾ ਪਾਣੀ ਹੈ ਪ੍ਰਥਮ ਆਪ ਛਕਿਆ ਹੈ, ਆਪ ਜਲ ਪੀਤਾ ਹੈ ਤੇ ਜਲ ਪੀ ਕਰਕੇ ਮਹਾਰਾਜ ਵੀ ਪ੍ਰਸੰਨ ਹੋਏ ਹਨ। ਬਹੁਰ ਖਰ ਨਰ ਪੀਐਸ ਪਾਨੀ, ਤੇ ਮਹਾਰਾਜ ਨੇ ਹੁਕਮ ਦਿੱਤਾ ਕਿ ਲਓ ਭਾਈ ਹੁਣ ਅਸੀਂ ਇਸ ਨੂੰ ਪੀ ਲਿਆ ਹੈ, ਰਸਨਾ ਲਾਇਕ ਕੀਤਾ ਹੈ, ਹੁਣ ਆਪ ਵੀ ਛਕੋ। ਫਿਰ ਜਿਤਨੇ ਮਨੁੱਖ ਇਹ ਸੇਵਾ ਕਰ ਰਹੇ ਸਨ, ਇਸ ਕਾਰਜ ਵਿੱਚ ਲੱਗੇ ਹੋਏ ਸਨ, ਸਭ ਨੂੰ ਵਾਰੀ ਅਨੁਸਾਰ ਇਸ ਖੂਹ ਦਾ ਮਿੱਠਾ ਜਲ ਛਕਾਇਆ ਜਾਂਦਾ ਹੈ। ਮਹਿਮਾ ਮਾਨੀ ਮਹਦ ਮਹਾਨੀ, ਭਾਈ ਸਾਹਿਬ ਜੀ ਕਹਿਣ ਲੱਗੇ ਸਾਰੇ ਨਗਰ ਦੇ ਮਨੁੱਖ ਮਹਾਰਾਜ ਕੀ ਵਡਿਆਈ ਕਰ ਰਹੇ ਨੇ। ਬੇਅੰਤ ਵੱਡੀ ਮਹਿਮਾ ਹੈ ਸਤਿਗੁਰੂ ਜੀ ਕੀ ਕਿ ਆਪ ਬਖਸ਼ਿਸ਼ ਕਰਕੇ ਇਸ ਥਾਂ ਤੇ ਮਿੱਠੇ ਜਲ ਦੀ ਦਾਤ ਬਖਸ਼ੀ ਹੈ ਜੀ। ਗੁਰ ਕੋ ਕੂਪ ਨਾਮ ਤਿਸ ਭਇਓ, ਫਿਰ ਇਸ ਵਿਧਨਾ ਉਹ ਜਿਹੜਾ ਖੂਹ ਮਹਾਰਾਜ ਜੀਆਂ ਨੇ ਮਾਤਾ ਜੀਆਂ ਤੋਂ ਲਵਾਇਆ ਹੈ, ਉਹ ਖੂਹ ਦਾ ਨਾਂ ਹੀ ਗੁਰੂ ਕਾ ਕੂਪ, ਗੁਰੂ ਕਾ ਖੂਹ ਪੈ ਗਿਆ ਸੀ। ਅਬ ਲਗ ਹੈ ਜਲ ਥਿਓ, ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਨੇ ਹੁਣ ਤੱਕ ਅਸੀਂ ਜਾ ਕਰਕੇ ਉੱਥੇ ਨਿਰਣਾ ਕੀਤਾ ਹੈ, ਦੇਖਿਆ ਹੈ, ਪਾਣੀ ਪੀਤਾ ਹੈ। ਉਹ ਖੂਹ ਉਸੇ ਤਰ੍ਹਾਂ ਹੀ ਚੱਲਦਾ ਹੈ ਤੇ ਉਸ ਦਾ ਜਿਹੜਾ ਜਲ ਹੈ, ਪਾਣੀ ਹੈ, ਉਹ ਵੀ ਮਿੱਠਾ ਹੈ ਜੀ। ਮਾਤਲ ਕੀ ਪ੍ਰਤੀਖਨਾ ਧਰਤੇ, ਹੁਣ ਨਾਲ ਹੀ ਦੂਸਰੇ ਪਾਸੇ ਦੀ ਬਾਤ ਭਾਈ ਸਾਹਿਬ ਜੀ ਨੇ ਕੀਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੋ ਕਿ ਇਤੋਂ ਆਨੰਦਪੁਰ ਸਾਹਿਬ ਜਾਣਾ ਹੈ, ਮਾਮਾ ਕਿਰਪਾਲ ਚੰਦ ਜੀ ਹੋਰਾਂ ਦੀ ਉਡੀਕ ਕਰ ਰਹੇ ਨੇ, ਕਿਉਂਕਿ ਉਹ ਪਹਿਲੇ ਆਨੰਦਪੁਰ ਸਾਹਿਬ ਜਾ ਕਰਕੇ ਤੇ ਉਤੋਂ ਰੱਥ ਘੋੜੇ ਸਵਾਰੀ ਆਦਿਕ ਲੈ ਕਰਕੇ ਆਉਣਗੇ। ਸੋ ਮਾਤੁਲ ਕੀ ਪ੍ਰਤੀਖਣਾ ਕਰਤੇ ਮਹਾਰਾਜ ਪਿਛਲੇ ਕੁਝ ਦਿਨਾਂ ਤੋਂ ਉਡੀਕ ਕਰ ਰਹੇ ਸਨ। ਕਬ ਆਵੇ ਚਲ ਆਨੰਦਪੁਰ ਤੇ, ਉਡੀਕਦੇ ਹਨ ਵੀ ਕਿਤਨਾ ਕੁ ਸਮਾਂ ਹੋਰ ਲੱਗੇਗਾ ਆਨੰਦਪੁਰ ਸਾਹਿਬ ਤੋਂ ਚੱਲ ਕਰਕੇ, ਕਦੋਂ ਇੱਥੇ ਸਾਡੇ ਪਾਸ ਪਹੁੰਚਣਗੇ ਜੀ। ਹੈ ਆਦਰਿਕ ਸਮਗਰੀ ਲਿਆਵੇ, ਹੈ ਦਾ ਮਤਲਬ ਹੁੰਦਾ ਘੋੜੇ, ਘੋੜੇ ਲਈ ਸ਼ਬਦ ਹੈ ਆਦਿਕ ਸਮਗਰੀ, ਤੇ ਹੋਰ ਘੋੜਿਆਂ ਤੇ ਲੱਦ ਕਰਕੇ ਰੱਥ ਆਦਿਕ ਜਿਹੜੇ ਹਨ ਘੋੜਿਆਂ ਨਾਲ ਜੋ ਕਰਕੇ ਉਹ ਲੈ ਕੇ ਆਉਣਗੇ। ਤਬ ਅਖੀਰ ਕੋ ਵਹਿਰ ਸਿਧਾਵੇ, ਤੇ ਜਿਸ ਵਕਤ ਘੋੜੇ ਲੈ ਕਰਕੇ ਆਉਣਗੇ ਫਿਰ ਇੱਥੇ ਇਸ ਸਥਾਨ ਤੋਂ ਆਨੰਦਪੁਰ ਸਾਹਿਬ ਵਾਲੇ ਪਾਸੇ ਨੂੰ ਜਾਣਾ ਹੈ। ਤੇ ਰਾਹ ਦੇ ਵਿੱਚ ਕੋਈ ਅਖੀਰ ਜਿਵੇਂ ਸ਼ਿਕਾਰ ਆਦਿਕ ਮਹਾਰਾਜ ਕੀ ਮੌਜ ਹੈ, ਕਿਉਂਕਿ ਯੋਧਿਆਂ ਦਾ ਇੱਕ ਇਹ ਵੀ ਯੁੱਧ ਵਿਦਿਆ ਦਾ ਅਭਿਆਸ ਹੁੰਦਾ, ਸ਼ਿਕਾਰ ਖੇਡਣਾ, ਨਿਸ਼ਾਨਾ ਫੁੰਡਣਾ। ਸੋ ਇਸ ਵੇਲੇ ਉਸ ਵਕਤ ਮਹਾਰਾਜ ਇਹ ਵੀ ਵਿਚਾਰ ਰਹੇ ਨੇ ਕਿ ਘੋੜੇ ਆਉਣਗੇ ਤੇ ਫਿਰ ਸ਼ਿਕਾਰ ਤੇ ਜਾਣਾ ਹੈ। ਵਿਖੈ ਠੋਰ ਲਖਨੌਰ ਚਕੋਦ, ਕਿਉਂਕਿ ਮਹਾਰਾਜ ਵੇਖਦੇ ਹਨ ਵੀ ਇਹ ਜਿਹੜਾ ਲਖਨੌਰ ਨਗਰ ਹੈ ਇਹਦੇ ਚਕੋਦ 4 ਕੋਨਿਆਂ ਤੇ ਭਾਵ ਚਾਰੋਂ ਪਾਸੇ ਕੁਝ ਜੰਗਲ ਪੈਂਦਾ ਹੈ।
ਚੱਬੈ ਅਖੀਰ ਕੋ ਵੈਰ ਸਿਧਾਵੈ। ਤੇ ਮਹਾਰਾਜ ਸੱਚੇ ਪਾਤਸ਼ਾਹ ਸੋਚਦੇ ਹਨ ਵੀ ਇਹਦੇ ਅੰਦਰ ਇੱਕ ਆਧ ਵਾਰ ਜਿਵੇਂ ਕੋਈ ਯੋਧੇ ਸ਼ਿਕਾਰ ਖੇਡਦੇ ਹਨ, ਇਸ ਵਿਧ ਚੜ ਕੇ ਜਾਇਆ ਜਾਏ। ਚੜੈ ਕਿ ਕਾਨ ਕੁਦਾਏ ਸਮੋਦ। ਘੋੜੇ ਤੇ ਚੜ ਕਰਕੇ ਤੇ ਸ਼ਿਕਾਰ ਦਾ ਪਿੱਛਾ ਕਰਨਾ ਤੇ ਫਿਰ ਸ਼ਿਕਾਰ ਨੂੰ ਨਿਸ਼ਾਨੇ ਨਾਲ ਭੇਦਣਾ, ਇਹ ਚੰਗੇ ਇਉਂ ਕਹਿ ਲਈਏ ਵੀ ਜਿਹੜੇ ਸ਼ਸਤਰਬਾਜੀ, ਸ਼ਸਤਰ ਦੀ ਕਲਾ, ਚੰਗੀ ਪ੍ਰਵੀਣ ਕਲਾ ਜਾਣਦੇ ਨੇ ਉਹੀ ਕਰ ਸਕਦੇ ਹਨ। ਵਰਨਾ ਅਸੀਂ ਵੇਖਦੇ ਹਾਂ ਘੋੜੇ ਤੇ ਬਹਿ ਕਰਕੇ ਤੇ ਧਨੁੱਖ ਦਾ ਨਿਸ਼ਾਨਾ ਬਹੁਤ ਔਖਾ ਹੈ ਲਾਉਣਾ, ਕਿਉਂਕਿ ਘੋੜਾ ਜਦੋਂ ਤੁਰਦਾ ਹੈ ਤੇ ਨਿਸ਼ਾਨਚੀ ਦਾ ਨਿਸ਼ਾਨਾ ਹਿੱਲ ਜਾਂਦਾ। ਸੋ ਮਹਾਰਾਜ ਤੇ ਬਹੁਤ ਪ੍ਰਵੀਨ ਨੇ, ਜਨਮ ਤੋਂ ਹੀ ਅਭਿਆਸ ਕਰਦੇ ਆਉਂਦੇ ਨੇ। ਸੋ ਇੱਥੇ ਵੀ ਇੱਛਾ ਹੈ ਜੇ ਘੋੜਾ ਆਵੇ ਤੇ ਇਹ ਜਿਹੜਾ ਅਭਿਆਸ ਹੈ ਕੁਝ ਹੋਰ ਕਰ ਲਈਏ। ਬੂਝੈ ਮਾਤਨ ਕੋ ਬੋ ਬਾਰੀ। ਤੇ ਕਈ ਵਾਰ ਮਾਤਾ ਜੀ ਹੋਰਾਂ ਨਾਲ ਵੀ ਇਹ ਬਾਤ ਸਾਂਝੀ ਕਰਦੇ ਹਨ, ਪੁੱਛਦੇ ਹਨ ਕਿ ਜੇ ਕਿਤਨਾ ਕੁ ਸਮਾਂ ਮਾਮਾ ਜੀ ਹੋਰਾਂ ਨੂੰ ਹੋਰ ਲੱਗਣਾ ਹੈ। ਕਬ ਆਵੇ ਮਾਤਲ ਹਿਤਕਾਰੀ। ਕਿੰਨੇ ਕੁ ਸਮੇਂ ਵਿੱਚ ਜਿਹੜਾ ਸਫ਼ਰ ਹੈ ਤੈਅ ਕਰਕੇ ਤੇ ਮਾਮਾ ਕਿਰਪਾਲ ਚੰਦ ਜੀ ਇੱਥੋਂ ਤੱਕ ਆ ਜਾਣਗੇ ਜੀ। ਸੁਣ ਦਿਨ ਗਿਨੈ ਜਨਨ ਪਰਚਾਵੈ। ਤੇ ਮਾਤਾ ਜੀ ਵੀ ਕਈ ਵਾਰ ਮਨ ਪਰਚਾਉਣ ਦੇ ਲਈ ਲਾਲ ਜੀ ਹੋਰਾਂ ਨੂੰ ਦਿਨ ਗਿਣ ਕੇ ਦੱਸ ਦਿੰਦੇ ਨੇ ਵੀ ਇੰਨੇ ਦਿਨ ਗਏ ਨੇ, ਹੋ ਗਏ ਨੇ, ਇੰਨਿਆਂ ਨੂੰ ਵਾਪਸ ਆ ਜਾਣਗੇ ਤੇ ਇਤਨਾ ਸਮਾਂ ਰਾਹ ਦੇ ਵਿੱਚ ਲੱਗ ਜਾਂਦਾ। ਇਸ ਵਿਧ ਨਾ ਇਹ ਜਿਹੜੀ ਵਾਰਤਾਲਾਪ ਹੈ, ਬਾਤ ਹੈ, ਕਈ ਵਾਰ ਹੁੰਦੀ ਹੈ। ਬਾਜ ਸਾਜ ਸਾਜਤ ਬਿਲਮਾਵੈ। ਤੇ ਨਾਲ ਇਹ ਵੀ ਕਹਿ ਦਿੰਦੇ ਨੇ ਕਿ ਵੇਖੋ ਜੋ ਜੋ ਆਪ ਜੀ ਨੇ ਹੁਕਮ ਕੀਤਾ ਹੈ, ਘੋੜੇ ਆਦਿਕ, ਬਾਜ ਆਦਿਕ ਸਭ ਸੌ ਸਮੱਗਰੀ ਲੈ ਕਰਕੇ ਆਉਣਾ। ਤੇ ਕਈ ਵਾਰ ਇੰਨਾ ਸਾਰਾ ਸਮਾਨ ਇਕੱਤਰ ਕਰਦੇ ਆ, ਜਾਂ ਕਈ ਵਾਰ ਉਹ ਸਾਰੇ ਰੱਥ, ਘੋੜੇ, ਪਾਲਕੀ ਆਦਿਕ ਲਿਆਉਂਦੇ ਰਾਹਾਂ ਵਿੱਚ ਵੀ ਸਮਾਂ ਲੱਗ ਜਾਂਦਾ। ਕੁਦਰਤੀ ਤੌਰ ਤੇ ਮਨੁੱਖ ਨੂੰ ਸਮਾਂ ਲੱਗਦਾ। ਸੋ ਇਸ ਵਿਧ ਨਾਲ ਰਾਹ ਵਿੱਚ ਵੀ ਕੋਈ ਸਮਾਂ ਵੱਧ ਲੱਗ ਸਕਦਾ ਹੈ ਜੀ। ਹਿਤ ਤੁਮਰੇ ਸੁੰਦਰ ਕਰਵਾਏ। ਕਿਉਂਕਿ ਆਪ ਜੀਆਂ ਨੇ ਹੁਕਮ ਦਿੱਤਾ ਸੀ ਵੀ ਸੋਹਣੇ ਤਰੀਕੇ ਨਾਲ ਸ਼ਿੰਗਾਰ ਕਰਕੇ ਸਾਰਾ ਕੁਝ ਲੈ ਕੇ ਆਉਣਾ ਹੈ। ਵਸਤਰ ਸ਼ਾਸਤਰ ਆਨੈ ਸਮੁਧਾਏ। ਆਪ ਜੀਆਂ ਨੇ ਨਵੀਨ ਵਸਤਰਾਂ ਦੇ ਵੀ ਹੁਕਮ ਕੀਤੇ ਸਨ, ਨਵੀਨ ਸ਼ਸਤਰਾਂ ਦੇ ਵੀ ਹੁਕਮ ਕੀਤੇ ਸਨ। ਸੋ ਵਸਤਰ ਨਵੇਂ ਸਵਾ ਕਰਕੇ, ਸ਼ਸਤਰ ਨਵੇਂ ਲੈ ਕਰਕੇ ਤੇ ਉਹ ਸਭ ਕੁਝ ਮਾਮਾ ਕਿਰਪਾਲ ਚੰਦ ਜੀ ਹੋਰਾਂ ਨੇ ਆਨੰਦਪੁਰ ਸਾਹਿਬ ਤੋਂ ਲੈ ਕੇ ਇੱਥੇ ਆਉਣਾ ਹੈ। ਅਬ ਨਾ ਬਿਲਮ ਆਜ ਕੈ ਕਾਲੀ। ਨਾਲ ਮਾਤਾ ਜੀ ਕਹਿੰਦੇ ਹਨ ਕਿ ਹੁਣ ਬਹੁਤਾ ਸਮਾਂ ਇਉਂ ਲੱਗਦਾ ਵੀ ਹੋਰ ਨਹੀਂ ਲੱਗੇਗਾ, ਅੱਜ ਕੱਲ੍ਹ ਵਿੱਚ ਪਹੁੰਚਣ ਵਾਲੇ ਹੀ ਹੋਣਗੇ ਜੀ। ਪਹੁੰਚਿਓ ਲਖ ਸੁਆਏ ਉਤਾਲੀ। ਭਾਵ ਉਹ ਵੀ ਆਪਣੇ ਆਪ ਦੇ ਵਿੱਚ ਜਲਦੀ ਹੀ ਕਰ ਰਹੇ ਹੋਣਗੇ। ਸੋ ਜਲਦੀ ਹੀ ਸਾਡੇ ਪਾਸ ਇੱਥੇ ਪਹੁੰਚ ਜਾਣਗੇ ਜੀ। ਇਮ ਪ੍ਰਤਿਕਤੇ ਚੱਲ ਕਰ ਆਇਓ। ਇਸ ਵਿਧ ਨਾ ਉਡੀਕ ਕਰਦਿਆਂ ਅਖੀਰ ਇੱਕ ਦਿਨ ਮਾਮਾ ਕਿਰਪਾਲ ਚੰਦ ਜੀ ਜਿਹੜੇ ਹਨ ਉਹ ਪਹੁੰਚ ਜਾਂਦੇ ਹਨ। ਵਸਤ ਸਕਲ ਗੁਰ ਕੇ ਹਿਤ ਲਿਆਇਓ। ਤੇ ਜੋ ਜੋ ਵਸਤੂਆਂ ਮਹਾਰਾਜ ਜੀਆਂ ਨੇ ਹੁਕਮ ਕੀਤੇ ਸਨ, ਨਵੀਨ ਵਸਤਰ, ਨਵੀਨ ਸ਼ਸਤਰ, ਘੋੜੇ ਆਦਿਕ ਸਭ ਸਾਰੀ ਵਸਤੂ ਲੈ ਕਰਕੇ ਮਾਮਾ ਜੀ ਪਹੁੰਚੇ ਹਨ। ਉੱਤਰ ਤੁਰੰਗ ਤੇ ਬੰਦਨ ਠਾਨੀ। ਪ੍ਰਥਮ ਆਪ ਘੋੜੇ ਤੋਂ ਉਤਰੇ ਹਨ ਤੇ ਉਤਰ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੂੰ ਨਮਸਕਾਰ ਕੀਤੀ ਹੈ ਜੀ। ਜੁਗ ਮਾਤਨ ਕੋ ਨਮੋ ਬਖਾਨੀ। ਫਿਰ ਜੁਗ ਮਾਤਰਨ ਦੋਨਾਂ ਮਾਤਾਵਾਂ ਨੂੰ, ਮਾਤ ਨਾਨਕੀ ਜੀਆਂ ਨੂੰ, ਜੋ ਕਿ ਬਿਰਧ ਮਾਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਮਾਤਾ ਜੀ ਹਨ, ਤੇ ਨਾਲ ਹੀ ਭੈਣ ਮਾਤਾ ਗੁਜਰ ਕੌਰ ਜੀ ਹੋਰਾਂ ਨੂੰ, ਕਿਉਂਕਿ ਉਹ ਵੀ ਉਮਰ ਵਿੱਚ ਵੱਡੇ ਨੇ। ਸੋ ਬੜੇ ਅਦਬ ਸਹਿਤ ਦੋਨਾਂ ਮਾਤਾਵਾਂ ਨੂੰ ਨਮਸਕਾਰ ਕੀਤੀ ਹੈ। ਮੁਦਤ ਗੁਰੂ ਮਾਤਲ ਕੋ ਮਿਲੇ। ਮੁਦਤ ਗੁਰੂ, ਕਿਉਂਕਿ ਹੁਣ ਸਮਾਂ ਕੁਝ ਲੰਬੇਰਾ ਹੋ ਚੁੱਕਾ ਸੀਗਾ। ਸੋ ਹੁਣ ਕੁਝ ਸਮੇਂ ਤੋਂ ਬਾਅਦ ਮਾਤਾ ਜੀ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਾਤੁਲ ਮਾਮਾ ਜੀ ਹੋਰਾਂ ਨੂੰ ਮਿਲੇ ਹਨ। ਬੂਝ ਆਨੰਦਪੁਰ ਕੀ ਸੁਧ ਭਲੇ। ਤੇ ਫਿਰ ਜੇ ਹੁਣ ਮਾਮਾ ਜੀ ਆਏ ਹਨ ਘੋੜੇ ਆਦਿਕ ਲੈ ਕਰਕੇ, ਸ਼ਸਤਰ ਵਸਤਰ ਆਦਿਕ ਲੈ ਕਰਕੇ, ਤੇ ਜਿਸ ਵਕਤ ਮਿਲੇ ਹਨ ਤੇ ਪ੍ਰਥਮ ਮਹਾਰਾਜ ਜੀਆਂ ਨੇ ਆਨੰਦਪੁਰ ਦੀ ਸੁਧ ਪੁੱਛੀ ਹੈ ਕਿ ਪਹਿਲੇ ਇਹ ਸੁਣਾਓ ਵੀ ਉਸ ਥਾਂ ਤੇ ਸਭ ਆਨੰਦ ਮੰਗਲ ਹੈ। ਸੋ ਸਾਰੀ ਵਾਰਤਾਲਾਪ ਮਹਾਰਾਜ ਜੀਆਂ ਨੇ ਆਪਣੇ ਮਾਮਾ ਜੀਆਂ ਤੋਂ ਪੁੱਛਣਾ ਕੀਤੀ ਹੈ। ਪਿਤ ਕੋ ਹੁਕਮ ਪਇਓ ਤੈ ਜਾਣੇ। ਪਿਤ ਕੋ ਹੁਕਮ ਭਾਵ ਸਾਡੇ ਪਿਤਾ ਗੁਰੂਦੇਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਹੁਕਮ ਵੀ ਸਾਨੂੰ ਆ ਚੁੱਕੇ ਹਨ ਵੀ ਅਸੀਂ ਹੁਣ ਉਸ ਸਥਾਨ ਤੇ ਜਾ ਕਰਕੇ ਰਹਿਣਾ ਹੈ। ਕੇਤਿਕ ਦਿਵਸ ਬੋ ਕਰੈ ਪਿਆਨੇ। ਹੁਣ ਜਲਦੀ ਹੀ ਕੁਝ ਦਿਨਾਂ ਦੇ ਵਿੱਚ ਇਸ ਸਥਾਨ ਤੋਂ ਆਪਾਂ ਨੇ ਰਵਾਨਾ ਹੋ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਆਪਣਾ ਪੱਕਾ ਡੇਰਾ ਇਉਂ ਕਹਿ ਲਈਏ ਵੀ ਹੁਣ ਉਸ
ਉਸੇ ਸਥਾਨ ਤੇ ਲਾਉਣਾ ਹੈ, ਕਿਉਂਕਿ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਸ਼ੀਸ਼ ਦੇਣ ਦੇ ਲਈ ਔਰੰਗਜ਼ੇਬ ਦੇ ਨਾਲ ਉਹਦੀ ਕੈਦ ਵਿੱਚ ਹਨ, ਉਸ ਸਥਾਨ ਤੇ ਪਹੁੰਚ ਚੁੱਕੇ ਹਨ। ਤੇ ਹੁਣ ਆਨੰਦਪੁਰ ਦਾ ਜਿਤਨਾ ਵੀ ਕਾਰਜ ਹੈ ਉਹ ਸਾਰਾ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੁਣਾਂ ਨੇ ਆਪ ਸੰਭਾਲਣਾ। ਸੋ ਹੁਣ ਜਲਦੀ ਹੀ ਆਪਾਂ ਨੇ ਇਹ ਸਥਾਨ ਤੋਂ ਲਖਨੌਰ ਤੋਂ ਚੱਲ ਕੇ ਸ਼੍ਰੀ ਅਨੰਦਪੁਰ ਸਾਹਿਬ ਜਾਣਾ ਹੈ ਜੀ। ਇਸੀ ਹੇਤ ਬੁਲਾਇਸ ਤੋਈ, ਇਸੀ ਹੇਤ ਇਸੇ ਕਾਰਜ ਕਰਕੇ ਹੀ ਜਲਦੀ ਆਪ ਜੀਆਂ ਨੂੰ ਇਸ ਸਥਾਨ ਤੇ ਬੁਲਾਉਣਾ ਕੀਤਾ ਹੈ। ਭਿਖਨ ਦੇਸ ਅਪਲਾਖਾ ਮੋਹੀ, ਕਿਉਂਕਿ ਹੁਣ ਸਾਡੀ ਵੀ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਤਰ੍ਹਾਂ ਇਹ ਪੂਰੇ ਦੇਸ਼ ਦੇ ਵਿੱਚ ਭਰਮਣ ਕਰਕੇ, ਪੂਰੇ ਦੇਸ਼ ਦੀ ਯਾਤਰਾ ਕਰਕੇ, ਯਾਤਰਾ ਕਰਕੇ ਇਹ ਸਾਰੇ ਦੇਸ਼ ਦਾ ਜਿਹੜਾ ਹਾਲ ਹੈ ਉਹ ਜਾਣਨ ਦੀ ਇੱਛਾ ਹੈ ਜੀ। ਕਹਿਓ ਕਿਰਪਾਲ ਕਿਰਪਾਲੈ ਸੰਗ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕੀਤੀ, ਭਾਈ ਸਾਹਿਬ ਜੀਆਂ ਨੇ ਬਚਨ ਲਿਖੇ ਨੇ, ਕਹਿਓ ਕਿਰਪਾਲ ਕਿਰਪਾਲੈ ਸੰਗ। ਇਹਦੇ ਭਾਵ ਅਰਥ ਨੇ ਕਿ ਕਿਰਪਾਲੂ ਦਾਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਆਪਣੇ ਮਾਮਾ ਕਿਰਪਾਲ ਚੰਦ ਜੀਆਂ ਦੇ ਨਾਲ ਇਉਂ ਵਾਰਤਾਲਾਪ ਕੀਤੀ ਹੈ। ਇਹ ਕਵੀ ਜੀ ਦੀ ਕਾਵਬੰਦੀ ਦਾ ਇੱਕ ਅਜਬ ਨਜ਼ਾਰਾ ਹੈ। ਜਦੋਂ ਕਿਤੇ ਇੱਦਾਂ ਦੀਆਂ ਪੰਕਤੀਆਂ ਵਿੱਚ ਲਿਖਦੇ ਨੇ ਨਾ, ਤੇ ਵਿੱਚ ਹੀ ਬੜੇ ਬਾਕਮਾਲ ਅਰਥ ਰੱਖ ਜਾਂਦੇ ਨੇ। ਭਇਓ ਕਹਿਓ ਕਿਰਪਾਲ ਕਿਰਪਾਲੈ ਸੰਗ। ਕਿਰਪਾਲੂ ਦਾਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਮਾਮਾ ਕਿਰਪਾਲ ਚੰਦ ਜੀਆਂ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਬਾਰੇ ਤੇ ਉੱਥੋਂ ਦੇ ਸਾਰੇ ਰਾਜ ਪ੍ਰਬੰਧ ਬਾਰੇ ਗੱਲਬਾਤ ਕਰ ਰਹੇ ਸਨ। ਵਰਤੇ ਬੜੇ ਗੁਰੂ ਕਿਸ ਰੰਗ, ਤੇ ਨਾਲ ਪੁੱਛ ਰਹੇ ਨੇ ਵੀ ਜਿਹੜੇ ਵੱਡੇ ਗੁਰੂ ਸਾਹਿਬਾਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਾਂ ਮਹਾਰਾਜ ਜੀ ਕੇ ਪਿਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾਦਾ ਗੁਰਦੇਵ ਨੇ ਜਿਹੜੇ ਕਿਵੇਂ ਇਹਨਾਂ ਇਲਾਕਿਆਂ ਦੇ ਵਿੱਚ ਕਿਵੇਂ ਉਹ ਵਰਤਦੇ ਰਹੇ ਸਨ। ਮਹਾਰਾਜ ਕਹਿਣ ਲੱਗੇ ਸਾਡੀ ਇੱਛਾ ਹੈ ਉਹਨਾਂ ਥਾਵਾਂ ਤੇ ਜਾ ਕੇ ਦਰਸ਼ਨ ਕਰਨ ਦੀ, ਜਿੱਥੇ ਜਿੱਥੇ ਵੱਡੇ ਗੁਰੂ ਸਾਹਿਬਾਨ ਵਿਚਰੇ ਹਨ। ਜਾਂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੋ ਕੀਰਤਪੁਰ ਦੀ ਧਰਤੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਅੰਬਾਲਾ ਸਾਰਾ ਇਲਾਕਿਆਂ ਦੇ ਅੰਦਰ ਦਿੱਲੀ ਤੱਕ ਗਏ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਜਿਹੜੇ ਪਵਿੱਤਰ ਸਥਾਨਾਂ ਤੇ ਵਿਚਰਦੇ ਰਹੇ। ਸੋ ਮਹਾਰਾਜ ਕਹਿਣ ਲੱਗੇ ਸਾਡੀ ਵੀ ਬਹੁਤ ਇੱਛਾ ਹੈ ਕਿ ਪਿਤਾ ਗੁਰਦੇਵ ਜਾਂ ਵੱਡੇ ਗੁਰੂ ਸਾਹਿਬਾਨ ਜੀਓ ਕੇ ਜਿਹੜੇ ਪਵਿੱਤਰ ਸਥਾਨ ਹਨ ਉਹਨਾਂ ਸਥਾਨਾਂ ਤੇ ਜਾ ਕਰਕੇ ਇੱਕ ਵਾਰ ਨਮਸਕਾਰ ਕਰਨਾ, ਉਹਨਾਂ ਸਥਾਨਾਂ ਦੇ ਦਰਸ਼ਨ ਕਰਨੇ ਹਨ। ਹਮ ਕਿਸਹੂ ਕੋ ਭੇਦ ਨਾ ਦੀਨਾ, ਹਮ ਕਿਸੂ ਕੋ ਭਾਵ ਪਹਿਲੇ ਵੱਡੇ ਗੁਰੂ ਸਾਹਿਬਾਨ ਜਿਵੇਂ ਬਖਸ਼ਿਸ਼ਾਂ ਕਰ ਗਏ ਹਨ, ਉਸੇ ਵਿਧ ਹੁਣ ਅਸੀਂ ਵਿਚਰ ਰਹੇ ਹਾਂ। ਇਹ ਜਿਹੜਾ ਭੇਦ ਹੈ ਅਜੇ ਅਸੀਂ ਕਿਸੇ ਨੂੰ ਨਹੀਂ ਦੱਸਿਆ ਹੈ। ਓਚਕ ਪੰਥ ਆਗਰੇ ਲੀਨਾ, ਭਾਵ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਕਿ ਆਪ ਆਨੰਦਪੁਰ ਸਾਹਿਬ ਤੋਂ ਚੱਲ ਕਰਕੇ ਤੇ ਉਧਰ ਤੁਰਕ ਵਾਲੇ ਪਾਸੇ ਦਿੱਲੀ ਵਾਲੇ ਪਾਸੇ ਨੂੰ ਗਏ ਚਲੇ ਸਨ ਤੇ ਆਗਰੇ ਗ੍ਰਿਫਤਾਰੀ ਹੋਈ ਸੀ। ਜੇ ਤੁਰਕੇਸਰ ਕਰਤ ਖੁਟਾਈ, ਤੇ ਨਾਲ ਹੀ ਹੁਣ ਸਮੇਂ ਦਾ ਹੁਕਮਰਾਨ ਤੁਰਕ ਬਾਦਸ਼ਾਹ ਔਰੰਗਜ਼ੇਬ ਕੋਈ ਖੁਟਿਆਈ ਵਾਲਾ ਕਾਰਜ ਕਰਦਾ ਹੈ। ਭਾਵ ਜੇਕਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵਿਧ ਉਸ ਥਾਂ ਤੇ ਅਡੋਲ ਬੈਠੇ ਹਨ ਤੇ ਬਾਦਸ਼ਾਹ ਹੁਣ ਜਿੱਦ ਕਰ ਰਿਹਾ ਜਾਂ ਤੇ ਇਸਲਾਮ ਪ੍ਰਵਾਨ ਕਰੋ ਜਾਂ ਕਰਾਮਾਤ ਵਿਖਾਓ, ਮਹਾਰਾਜ ਉਹ ਨਹੀਂ ਪ੍ਰਵਾਨ ਕਰਦੇ ਤੇ ਫਿਰ ਸ਼ਹਾਦਤ ਹੋਵੇਗੀ। ਸੋ ਜੇਕਰ ਬਾਦਸ਼ਾਹ ਤੁਰਕੇਸ਼ਰ ਕੋਈ ਖੁਟਿਆਈ ਵਾਲਾ ਕਾਰਜ ਕਰਦਾ ਹੈ ਤਾਂ ਜੰਗਲ ਦੇ ਸਿੱਖ ਸਮੁਦਾਈ, ਫਿਰ ਇਹ ਜਦਰ ਜਿਹੜਾ ਜੰਗਲ ਦੇਸ਼ ਹੈ ਭਾਵ ਆਨੰਦਪੁਰ ਤੇ ਉਸ ਤੋਂ ਪਰਾਂ ਪੰਜਾਬ ਦੇਸ਼ ਲਾਹੌਰ ਤੱਕ ਜਿਤਨਾ ਵੀ ਦੇਸ਼ ਹੈ ਉੱਥੇ ਜਿਹੜੇ ਜਿਹੜੇ ਵੀ ਨਾਨਕ ਨਾਮ ਲੈਵਾ ਪਿਆਰ ਵਾਲੇ ਮਹਾਰਾਜ ਜੀ ਕੇ ਸਿੱਖ ਵਸਦੇ ਹਨ। ਜਹਾਂ ਨਾ ਬਾ ਦੁਸ਼ਟਨ ਕੋ ਕੋਈ, ਜਹਾਂ ਨਾ ਬਾ ਭਾਵ ਇਹ ਜਿਹੜੇ ਦੁਸ਼ਟ ਹੁਣ ਸਮੇਂ ਦੇ ਹੁਕਮਰਾਨ ਬਣ ਕਰਕੇ ਤੇ ਇਦਾਂ ਜ਼ੁਲਮ ਕਰ ਰਹੇ ਹਨ, ਫਿਰ ਉਹਨਾਂ ਸਾਰਿਆਂ ਸਿੱਖਾਂ ਨੂੰ ਇਕੱਤਰ ਕਰਕੇ ਤੇ ਫਿਰ ਇਸ ਜ਼ੁਲਮ ਦਾ ਟਾਕਰਾ ਕਰਨਾ ਪੈਣਾ। ਸੋ ਮਹਾਰਾਜ ਤੇ ਜਾਣਦੇ ਨੇ ਹੁਣ ਸਮਾਂ ਜੋ ਕੁਝ ਕਹਿ ਰਿਹਾ। ਸੋ ਮਹਾਰਾਜ ਕਹਿਣ ਲੱਗੇ ਇਸ ਕਰਕੇ ਸਾਨੂੰ ਉਹ ਸਾਰੇ ਇਲਾਕੇ ਦੇ ਵਿੱਚ ਜਾਣਾ, ਉਹ ਸਾਰਿਆਂ ਥਾਵਾਂ ਦੇ ਦਰਸ਼ਨ ਕਰਨੇ ਅਤ ਲਾਜ਼ਮੀ ਹਨ। ਸੁਖ ਸੋ ਬਾਸ ਤਿਨੋ ਮੋਹ ਹੋਈ, ਅਜੇ ਤੱਕ ਤੇ ਮਹਾਰਾਜ ਆਪ ਤੇ ਮਹਾਰਾਜ ਜੀ ਕੇ ਪਰਿਵਾਰ ਜਾਂ ਇਸ ਪੂਰੇ ਇਲਾਕੇ ਦੇ ਵਿੱਚ ਜਿਤਨੀ ਵੀ ਸਿੱਖ ਸੰਗਤ ਹੈ ਸੁਖ ਨਾਲ ਰਹਿ ਰਹੀ ਹੈ ਜੀ। ਕਹਾਂ ਜਾਣ ਕਰ ਗੁਰ ਪਰਬੀਨ, ਲੇਕਿਨ ਇਸੇ ਸੁਖ ਨੂੰ ਬਰਕਰਾਰ ਰੱਖਣ ਦੇ ਲਈ ਇਸੇ ਤਰ੍ਹਾਂ ਲੋਕਾਈ ਸੁਖ ਆਨੰਦ ਸਹਿਤ ਵਸਦੀ ਰਵੇ ਤੇ ਇਸ ਸੁੱਖ ਨੂੰ ਹੀ ਬਣਾਏ ਰੱਖਣ ਦੇ ਲਈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪ ਸ਼ਹਾਦਤ ਦੇਣ ਦੇ ਲਈ ਦਿੱਲੀ ਚਲੇ ਗਏ ਹਨ। ਸੋ ਮਹਾਰਾਜ ਤੇ ਜਾਣਦੇ ਹਨ, ਮਹਾਰਾਜ ਕੇ ਅੰਤਰਾਤਮੇ ਇਹ ਬਖਸ਼ਿਸ਼ ਹੈ ਕਿ ਜੇਕਰ ਇਹ ਸੁੱਖ ਇੱਦਾਂ ਹੀ ਬਰਕਰਾਰ ਰੱਖਣਾ ਹੈ ਤੇ ਸਮੇਂ ਦੇ ਹੁਕਮਰਾਨ ਦੇ ਨਾਲ ਇੱਕ ਕਿਸਮ ਦੀ ਹੁਣੇ ਜਿਹੜੀ ਜੰਗ ਹੈ ਇਹ ਹੋਵੇਗੀ, ਸ਼ਹਾਦਤ ਦੇਣੀ ਪੈਣੀ ਹੈ।
ਸੋ ਮਹਾਰਾਜ ਇਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਇਹ ਸਭ ਵਿਚਾਰਦੇ ਹਨ। ਬੰਧਨ ਵਿਖੇ ਜਾਏ ਤਨ ਦੀਨ, ਬੰਧਨ ਵਿਖੇ ਭਾਵ ਕੈਦ ਹੋ ਕਰਕੇ ਤੇ ਆਪਣੇ ਤਨ ਨੂੰ ਕੁਰਬਾਨ ਕਰਨ ਤੱਕ ਤੁਲੇ ਹਨ। ਸੁਨ ਸੁੰਚਿਤ ਬਚ ਸਾਹਿਬ ਬੋਲੇ, ਜਿਸ ਵਿਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇਹ ਜਿਹੜੇ ਬਚਨ ਹਨ ਆਪਣੇ ਮਾਮਾ ਜੀ ਹੋਰਾਂ ਨਾਲ ਵਿਚਾਰ ਰਹੇ ਸਨ। ਕਰਨ ਕਰਾਵਨ ਪ੍ਰਭੂ ਅਡੋਲੇ, ਮਹਾਰਾਜ ਕਹਿਣ ਲੱਗੇ ਤੇ ਮਹਾਰਾਜ ਕੀ ਗੁਰੂ ਤੇਗ ਬਹਾਦਰ ਪਿਤਾ ਗੁਰਦੇਵ ਜੀ ਕੀ ਆਪਣੀ ਮੌਜ ਹੈ। ਤਿਨ ਹਿਤ ਕਰਨ ਮਨੋਰਥ ਕਨੇ, ਜੋ ਵੀ ਉਹਨਾਂ ਦਾ ਮਨੋਰਥ ਹੈ ਉਹ ਇਹੀ ਹੈ ਵੀ ਸਾਡੇ ਵਰਗੇ ਜਿਤਨੇ ਵੀ ਸੰਸਾਰਿਕ ਜੀਵ ਹਨ, ਲੋਕਾਈ ਜਿਤਨੀ ਵੀ ਹੈ, ਉਹਨਾਂ ਦਾ ਭਲਾ ਹੋ ਜਾਏ। ਇਸ ਕਰਕੇ ਮਹਾਰਾਜ ਜੀ ਸਾਰੇ ਪਰਉਪਕਾਰ ਦੇ ਕਾਰਜ ਕਰ ਰਹੇ ਹਨ। ਹਮ ਤੁਮ ਕੋਈ ਨਾਹਿ ਨਾ ਬਣੇ, ਕਿਉਂਕਿ ਸਾਡੇ ਪਾਸ ਇਤਨੀ ਮਤ ਨਹੀਂ ਹੈ ਵੀ ਅਸੀਂ ਮਹਾਰਾਜ ਜੀ ਕੀ ਜੋ ਅੰਦਰ ਦੀ ਬਖਸ਼ਿਸ਼ ਹੈ ਉਸ ਨੂੰ ਬੁੱਝ ਸਕੀਏ ਕਿ ਮਹਾਰਾਜ ਕੀ ਕਰ ਰਹੇ ਹਨ ਤੇ ਕਿਵੇਂ ਕਰ ਰਹੇ ਹਨ। ਕਿਉਂਕਿ ਸਾਡੇ ਸੰਸਾਰਿਕ ਜੀਵਾਂ ਦੇ ਲਈ ਤਾਂ ਕੇਵਲ ਮਹਾਰਾਜ ਨੂੰ ਨਮਸਕਾਰ ਕਰਨੀ ਹੀ ਲੋੜੀਂਦੀ ਹੈ। ਇਸ ਤੋਂ ਅੱਗੇ ਜੋ ਗੁਰੂ ਕੀ ਮੌਜ ਹੈ ਉਹ ਕੇਵਲ ਗੁਰਦੇਵ ਆਪ ਹੀ ਜਾਣਦੇ ਹਨ। ਹੋਨਹਾਰ ਕੋ ਕਰੈ ਬਨਾਏ, ਕਿਉਂਕਿ ਕਰਤਾ ਪੁਰਖ ਵਾਹਿਗੁਰੂ ਕੀ ਖੇਡ ਬਣਾ ਰਿਹਾ ਹੈ ਤੇ ਉਹ ਖੇਡ ਕਿਵੇਂ ਇਸ ਧਰਤੀ ਤੇ ਰਚੀ ਜਾ ਰਹੀ ਹੈ, ਗੁਰੂ ਉਸ ਖੇਡ ਨੂੰ ਕਿੱਦਾਂ ਸੰਸਾਰ ਦੇ ਵਿੱਚ ਪ੍ਰਗਟ ਕਰਕੇ ਤੇ ਸਮੇਂ ਦੇ ਦੁਸ਼ਟਾਂ ਨੂੰ ਸੋਧਦੇ ਹਨ, ਇਹ ਸਭ ਕਰਤੇ ਪੁਰਖ ਵਾਹਿਗੁਰੂ ਅਕਾਲ ਪੁਰਖ ਹੋਣਹਾਰ ਦੀ ਮੌਜ ਹੈ ਜੀ। ਕਰੈ ਜੋ ਹੋਨਹਾਰ ਹੋਏ ਜਾਏ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਾਮਾ ਕਿਰਪਾਲ ਚੰਦ ਜੀ ਨੂੰ ਕਹਿਣ ਲੱਗੇ, ਮਾਮਾ ਜੀ ਅਸਲ ਵਿੱਚ ਇਸ ਸੰਸਾਰ ਵਿੱਚ ਉਹੀ ਕੁਝ ਹੁੰਦਾ ਜੋ ਕਰਤੇ ਨੂੰ ਪਾਉਂਦਾ ਹੈ, ਜੋ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦਾ ਹੈ। ਜੇ ਉਹਦੀ ਮੌਜ ਹੈ ਤੇ ਪਿਤਾ ਗੁਰੂਦੇਵ ਤੇਗ ਬਹਾਦਰ ਮਹਾਰਾਜ ਸ਼ਹਾਦਤ ਦੇਣ ਦੇ ਲਈ ਦਿੱਲੀ ਗਏ ਚਲੇ ਹਨ। ਸਕਲ ਕਲਾ ਸਮਰੱਥ ਸੁਖ ਦਾਤੇ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਆਪ ਸਰਵ ਕਲਾ ਸਮਰੱਥ ਹਨ। ਭੂਤ ਭਵਿਖਿਅਤ ਕੇ ਸਭ ਗਿਆਤੇ, ਤ੍ਰਿਕਾਲਦਰਸ਼ੀ ਜਿਨ੍ਹਾਂ ਪਾਸ ਤਿੰਨਾਂ ਸਮਿਆਂ ਦਾ ਗਿਆਨ ਹੈ, ਭੂਤ ਬੀਤਾ ਹੈ, ਬੀਤਿਆ ਹੋਇਆ, ਭਵਿਖਿਅਤ ਆਉਣ ਵਾਲਾ ਸਮਾਂ। ਤੇ ਜਿਵੇਂ ਅਕਾਲ ਪੁਰਖ ਪਰਮਾਤਮਾ ਹੈ ਉਸੇ ਤਰ੍ਹਾਂ ਹੀ ਇਸ ਧਰਤੀ ਤੇ ਪੂਰਨ ਪੁਰਖ ਸਰੂਪ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜਾਂ ਗੁਰੂ ਜੋਤ ਹੈ। ਸੋ ਉਹ ਵੀ ਤ੍ਰਿਕਾਲਦਰਸ਼ੀ ਹਨ, ਸਾਰੇ ਸਮੇਂ ਦਾ ਮਹਾਰਾਜ ਜੀਆਂ ਨੂੰ ਵੀ ਪਤਾ ਹੈ ਜੀ। ਤਿਨ ਕੋ ਕਹੋ ਮਾਨਬੋ ਭਲੇ, ਤਿਨ ਕੋ ਕਹੋ ਜੋ ਮਹਾਰਾਜ ਜੀਆਂ ਨੇ ਕਿਹਾ ਹੈ ਸਾਡੇ ਲਈ ਉਹੀ ਮੰਨਣਾ ਤੇ ਉਸੇ ਵਿੱਚ ਹੀ ਭਲਾਈ ਹੈ ਜੀ। ਸੋ ਪ੍ਰਸੰਨ ਅਨਸਾਰੀ ਚਲੇ, ਮਹਾਰਾਜ ਕਹਿਣ ਲੱਗੇ ਸੋ ਪ੍ਰਸੰਨ ਹੋ ਕਰਕੇ, ਅੰਦਰੋਂ ਪ੍ਰਸੰਨ ਹੋ ਕਰਕੇ ਅਨੁਸਾਰੀ ਹੋ ਕੇ ਰਹਿਣ ਵਿੱਚ ਹੀ ਭਲਾ ਹੈ ਜੀ। ਮਰਜੀ ਦੇਖਣ ਕੇ ਹਮ ਗਰਜੀ, ਕਿਉਂਕਿ ਅਸੀਂ ਤੇ ਮਹਾਰਾਜ ਜੀ ਕੀ ਜੋ ਮਰਜ਼ੀ ਹੈ ਉਸੇ ਨੂੰ ਹੀ ਮੰਨਣਾ ਹੈ, ਉਹੀ ਦੇਖਣਾ ਹੈ ਜੀ। ਨਿਜ ਕਾਰਜ ਕੀ ਕੀਜੈ ਅਰਜੀ, ਹਾਂ ਜੇ ਕੋਈ ਨਿੱਜੀ ਕਾਰਜ ਹੈ, ਕੋਈ ਆਪਣਾ ਕਾਰਜ ਲੋੜੀਂਦਾ ਪੂਰਾ ਕਰਨਾ ਹੈ ਤੇ ਉਹਦੀ ਬੇਨਤੀ ਜਿਹੜੀ ਹੈ ਮਹਾਰਾਜ ਕੇ ਚਰਨਾਂ ਵਿੱਚ ਕੀਤੀ ਜਾਏ। ਸਰਬ ਗਿਆਨ ਕੇ ਕਰਤਬ ਮਾਹੀ, ਕਿਉਂਕਿ ਮਹਾਰਾਜ ਆਪ ਹਰ ਪੱਖ ਤੋਂ ਸਰਬ ਗਿਆਨਵਾਨ ਹਨ। ਸੋ ਜਿਹੜਾ ਸਰਬ ਗਿਆਨਵਾਨ ਪੁਰਖ ਹੈ ਉਹਦੇ ਜਿਹੜੇ ਕਰਤਵ ਨੇ ਉਹ ਆਪ ਹੀ ਜਾਣਦਾ ਹੈ ਤੇ ਉਹ ਕਰਤਵ ਵੀ ਬੜੇ ਮਹਾਨ ਹੁੰਦੇ ਹਨ। ਸੁਮਤਵੰਤ ਕਰ ਤਬ ਕਬ ਨਾਹੀ, ਸੁਮਤਵੰਤ ਕਰ ਬਹੁਤ ਵਿਚਾਰ ਕਰਕੇ ਸ੍ਰੇਸ਼ਟ ਪੁਰਖ ਐਸੇ ਕਰਤਵ ਸੰਸਾਰ ਵਿੱਚ ਕਰਿਆ ਕਰਦੇ ਹਨ। ਇਮ ਸਮਝੋ ਚਿੰਤ ਚਿੰਤ ਵਿਸਾਰੋ, ਤੇ ਮਹਾਰਾਜ ਆਪਣੇ ਮਾਮਾ ਜੀ ਹੋਰਾਂ ਨੂੰ ਕਹਿਣ ਲੱਗੇ ਇਮ ਸਮਝੋ ਚਿਤ ਚਿੰਤ ਵਿਸਾਰੋ। ਕਹਿਣ ਲੱਗੇ ਮਾਮਾ ਜੀ ਆਪ ਇਹ ਸਮਝੋ ਕਿ ਉਸ ਕਰਤਾ ਪੁਰਖ ਵਾਹਿਗੁਰੂ ਦਾ ਹੁਕਮ ਹੈ ਤੇ ਇਧਰ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਆਪਣੀ ਮੌਜ ਹੈ। ਸੋ ਉਹ ਆਪ ਹੁਕਮ ਵਿੱਚ ਰਹਿ ਕਰਕੇ ਤੇ ਜੋ ਕੁਝ ਕਰ ਰਹੇ ਨੇ ਸਾਡੇ ਸੰਸਾਰਿਕ ਜੀਵਾਂ ਦੇ ਭਲੇ ਹਿੱਤ ਕਰ ਰਹੇ ਨੇ, ਇਸ ਲੋਕਾਈ ਦਾ ਧਰਮ ਬਚਾਉਣ ਦੇ ਲਈ ਕਰ ਰਹੇ ਨੇ। ਇਹਨੂੰ ਇਉਂ ਸਮਝ ਲਓ, ਚਿੰਤਾ ਨਾ ਕਰੋ ਕਿ ਉਹ ਹੁਣ ਜੇਕਰ ਦਿੱਲੀ ਗ੍ਰਿਫਤਾਰ ਹੋ ਗਏ ਨੇ ਤੇ ਹੁਣ ਅੱਗੇ ਕੀ ਹੋਵੇਗਾ। ਚਿੰਤਾ ਛੱਡੋ, ਚਿੰਤਨ ਵਿੱਚ ਆਓ, ਉਹਨਾਂ ਦੀ ਯਾਦ ਵਿੱਚ ਆਓ ਤੇ ਉਹਨਾਂ ਦਾ ਯਾਦ ਨਾਮ ਲੈ ਕਰਕੇ ਸਿਮਰਨ ਕਰੋ ਜੀ। ਕਰਿਓ ਹੁਕਮ ਕੋ ਨਿਸ਼ਚੈ ਤਾਰੋ, ਜੋ ਜੋ ਹੁਕਮ ਸਾਡੇ ਲਈ ਕਰਕੇ ਗਏ ਹਨ ਨਿਸ਼ਚਾ ਬਣਾ ਕਰਕੇ ਉਸ ਹੁਕਮ ਤੇ ਪਹਿਰਾ ਦੇਣਾ ਹੈ। ਜੁਗ ਮਾਤਨ ਕੇ ਸਹਿਤ ਕਿਰਪਾਲ, ਫਿਰ ਹੁਣ ਜੁਗ ਮਾਤਨ ਦੋਨੋਂ ਮਾਤਾਵਾਂ, ਮਾਤ ਨਾਨਕੀ ਜੀ, ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਦੇ ਨਾਲ ਮਾਮਾ ਕਿਰਪਾਲ ਚੰਦ ਜੀ ਕੁਝ ਵਿਚਾਰਾਂ ਕਰਦੇ ਹਨ। ਅਸ ਉਪਦੇਸ਼ ਗੁਰੂ ਕਿਰਪਾਲ, ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਆਪ ਵਿੱਚ ਬੈਠ ਕਰਕੇ ਤਰੁੱਠ ਕਰਕੇ
ਆਪਣੇ ਮਾਮਾ ਜੀ, ਮਾਤਾ ਜੀ, ਦਾਦੀ ਮਾਤਾ ਜੀ ਪ੍ਰਤੀ ਇਹ ਜਿਹੜੇ ਬਚਨ ਹਨ ਇਹ ਆਪਣੇ ਮੁਖ ਤੋਂ ਉਪਦੇਸ਼ ਰੂਪ ਵਿੱਚ ਬਖਸ਼ੇ ਸਨ। ਚਿੱਤ ਵਿਚਾਰ ਕਰ ਜਾਣੀ ਸਾਚੀ। ਚਿੱਤ ਵਿਚਾਰ ਕਰਨ ਤੇ ਜਿਸ ਵਕਤ ਮਹਾਰਾਜ ਜੀਆਂ ਨੇ ਸਾਰੀ ਬਾਤ ਮਾਤਾ ਜੀ ਤੇ ਮਾਮਾ ਜੀ ਉਹਨਾਂ ਨਾਲ ਸਾਂਝੀ ਕੀਤੀ, ਉਹਨਾਂ ਨੇ ਵੀ 7 ਬਚਨ ਕਹਿ ਕੇ ਪ੍ਰਵਾਨ ਕਰ ਲਿਆ, ਕਿਉਂਕਿ ਮਹਾਰਾਜ ਵੀ ਅੰਤਰਯਾਮੀ ਪੁਰਖ ਹਨ। ਮਹਾਰਾਜ ਵੀ ਜਾਣਦੇ ਹਨ ਕਿ ਅੱਗੇ ਸਮੇਂ ਅਨੁਸਾਰ ਜੋ ਕੁਝ ਹੋਣਾ ਹੈ। ਸੁਮਤ ਸਹਿ ਸੁਭ ਗਿਰਾਉ ਬਾਚੀ। ਕਿਉਂਕਿ ਮਹਾਰਾਜ ਜੀਆਂ ਨੇ ਵੀ ਕੋਈ ਇਉਂ ਬਿਨਾ ਜਿਵੇਂ ਕਹਿ ਲਈਏ ਨਾ ਸੋਚੇ ਸਮਝੇ ਬੋਲ ਨਹੀਂ ਬੋਲੇ। ਜਿਵੇਂ ਸਾਡੇ ਸੰਸਾਰਿਕ ਮਨੁੱਖਾਂ ਦੀ ਫਿਤਰਤ ਹੈ ਨਾ, ਜੋ ਕੁਝ ਮੋਹ ਚਾਵੇ ਅਸੀਂ ਬੋਲ ਦਿੰਦੇ ਹਾਂ, ਲੇਕਿਨ ਉਹਨਾਂ ਦੇ ਕੋਈ ਵੱਡੇ ਭਾਵ ਅਰਥ ਨਹੀਂ ਹੁੰਦੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇੱਦਾਂ ਕੁਝ ਵੀ ਨਹੀਂ ਬੋਲਦੇ। ਉਹਨਾਂ ਨੇ ਜੋ ਕੁਝ ਬੋਲਿਆ ਹੈ ਉਹ ਹਰ ਬਚਨ ਸੱਤ ਹੈ। ਤੇ ਜਿਵੇਂ ਜਿਵੇਂ ਮਾਤਾ ਜੀ ਤੇ ਮਾਮਾ ਜੀ ਹੋਰਾਂ ਨੂੰ ਕਿਹਾ ਕਿ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੋ ਕਰ ਰਹੇ ਨੇ ਉਹਨਾਂ ਦੀ ਆਪਣੀ ਮੌਜ ਹੈ, ਉਹ ਵੀ ਇਸ ਲੁਕਾਈ ਦੇ ਭਲੇ ਹਿੱਤ ਕਰ ਰਹੇ ਨੇ, ਆਪ ਜੀ ਚਿੰਤਾ ਨਾ ਕਰੋ। ਸੋ ਇਹ ਮਹਾਰਾਜ ਜੀ ਕੇ ਬਚਨ ਬਹੁਤ ਦੀਰਘ ਬਚਨ ਹਨ, ਬੜੇ ਵਿਚਾਰ ਕੇ ਬੋਲੇ ਹੋਏ ਬੋਲ ਹਨ। ਖਾਨ ਪਾਨ ਕਰ ਸੁਖ ਸੋ ਸੋਏ। ਫਿਰ ਇਸ ਵੇਦ ਰਾਤਰੀ ਦਾ ਸਮਾਂ ਹੋਇਆ, ਰਾਤਰੀ ਨੂੰ ਵਿਸ਼ਰਾਮ ਦੇ ਲਈ ਉਸ ਤੋਂ ਪਹਿਲਾਂ ਖਾਣ ਪਾਨ ਆਦਿਕ ਜੋ ਹੈ ਕੀਤਾ ਗਿਆ। ਉਸ ਤੋਂ ਉਪਰੰਤ ਫਿਰ ਸੁਖ ਸਹਿਤ ਆਪਣੇ ਸੁਖਾਸਨ ਸਥਾਨਾਂ ਤੇ ਮਹਾਰਾਜ ਵਿਰਾਜ ਗਏ ਹਨ। ਨਿਸਾ ਬੀਤੀ ਤਬ ਜਾਗਣ ਹੋਏ। ਫਿਰ ਜਿਵੇਂ ਉਹ ਰਾਤ ਬਤੀਤ ਹੋਈ, ਦਿਨ ਚੜਿਆ, ਪੈਰ ਰਾਤ ਰਹਿੰਦਿਆਂ ਮਹਾਰਾਜ ਆਪਣੇ ਆਸਨਾਂ ਤੋਂ ਉੱਠ ਕੇ ਜਾਗੇ ਹਨ। ਸੋਚ ਸਨਾਨ ਠਾਨ ਕਰ ਆਛੇ। ਨਿਤ ਦੇ ਨੇਮ ਅਨੁਸਾਰ ਮਹਾਰਾਜ ਉੱਠੇ ਹਨ। ਉਸ ਤੋਂ ਉਪਰੰਤ ਸ਼ੌਚ ਇਸ਼ਨਾਨ ਸਰੀਰਕ ਕਿਰਿਆਵਾਂ ਸੋਧ ਕਰਕੇ ਇਸ਼ਨਾਨ ਪਾਨ ਕੀਤੇ ਹਨ। ਹੈ ਅਰੂੜਬੇ ਸਤਿਗੁਰ ਬਾਛੇ। ਫਿਰ ਅਗਲੇ ਦਿਨ ਚੜ੍ਹਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਘੋੜੇ ਤੇ ਚੜ੍ਹੇ ਤੇ ਘੋੜੇ ਤੇ ਚੜ੍ਹ ਕਰਕੇ ਆਪਣੀ ਮੌਜ ਵਿੱਚ ਇੱਕ ਪਾਸੇ ਨੂੰ ਤੁਰ ਪਏ ਸਨ। ਦੋਹਰਾ ਜੀਨ ਜਰੀ ਜਰ ਕੀਨ ਤਬ ਬਰਬਾਜੀ ਪਰ ਡਾਰ। ਸੁੰਦਰ ਸਾਜਿਓ ਸਾਜ ਸੋ ਚਪਲਤ ਬਲੀ ਉਧਾਰ। ਇੱਥੇ ਭਾਈ ਸਾਹਿਬ ਜੀ ਹੋਰਾਂ ਨੇ ਜ਼ਿਕਰ ਕੀਤਾ ਜਿਸ ਘੋੜੇ ਤੇ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਵਾਰੀ ਕਰਨਗੇ। ਇੱਥੋਂ ਮਹਾਰਾਜ ਕੇ ਜੀਵਨ ਦਾ ਇਉਂ ਕਹਿ ਲਈਏ ਇੱਕ ਨਵੇਕਲਾ ਸਫ਼ਰ ਵੀ ਸ਼ੁਰੂ ਹੁੰਦਾ ਹੈ, ਕਿਉਂਕਿ ਇਸ ਘੋੜੇ ਨੂੰ ਅੱਜ ਸਿੱਖ ਜਗਤ ਜਦੋਂ ਵੀ ਕਿਤੇ ਯਾਦ ਕਰਦਾ ਹੈ ਨਾ ਤੇ ਅਸੀਂ ਕਹਿ ਦਿੰਦੇ ਹਾਂ ਨੀਲੇ ਦਾ ਸ਼ਾਹ ਸਵਾਰ। ਮਹਾਰਾਜ ਜੀ ਦਾ ਘੋੜਾ ਕੋਈ ਆਮ ਪਸ਼ੂ ਨਹੀਂ ਹੈ। ਇਉਂ ਕਹਿ ਲਈਏ ਵੀ ਕਰਤੇ ਪੁਰਖ ਵਾਹਿਗੁਰੂ ਦੇ ਘਰੋਂ ਜਿਹੜੀ ਵਿਦ ਬਣੀ ਹੈ, ਕਿਸੇ ਬੜੀ ਪਵਿੱਤਰ ਆਤਮਾ ਨੂੰ ਮਹਾਰਾਜ ਜੀ ਕੇ ਘੋੜੇ ਦੀ ਸੇਵਾ ਪ੍ਰਾਪਤ ਹੋਈ ਹੈ, ਜਿਹਦੇ ਉੱਪਰ ਮਹਾਰਾਜ ਆਪਣੇ ਜੀਵਨ ਵਿੱਚ ਸਵਾਰੀ ਕਰਦੇ ਰਹੇ। ਸੋ ਮਹਾਰਾਜ ਕੀ ਬੜੀ ਮੌਜ ਹੈ। ਤੇ ਜਦੋਂ ਕਿਤੇ ਘੋੜੇ ਤੇ ਚੜ੍ਹਦੇ ਨੇ ਤਿਆਰ ਬਰ ਤਿਆਰ ਹੋ ਕੇ, ਸ਼ਸਤਰ ਵਸਤਰ ਲਾ ਕਰਕੇ, ਦਸਤਾਰ ਸਜਾ ਕਰਕੇ, ਗਾਤਰੇ ਸ਼੍ਰੀ ਸਾਹਿਬ ਪਾ ਕਰਕੇ, ਸੋ ਉਹ ਜਿਹੜੇ ਫਿਰ ਮਹਾਰਾਜ ਜੀ ਕੇ ਦਰਸ਼ਨ ਹਨ ਉਹ ਨਜ਼ਾਰੇ ਵੀ ਅਜਬ ਹਨ। ਅੱਗੇ ਜਿਵੇਂ ਜਿਵੇਂ ਹੁਣ ਇਤਿਹਾਸ ਚੱਲੇਗਾ ਨਾ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਜੀਵਨ ਵਿੱਚ ਐਸੇ ਅਜਬ ਨਜ਼ਾਰੇ ਕਈ ਥਾਵਾਂ ਤੇ ਆਉਣਗੇ ਜੋ ਭਾਈ ਸੰਤੋਖ ਸਿੰਘ ਸਾਹਿਬ ਜੀ ਹੋਰਾਂ ਨੇ ਕਿਰਪਾ ਕਰਕੇ ਆਪਣੀ ਇਸ ਲਿਖਤ ਵਿੱਚ ਦਰਜ ਕੀਤੇ ਨੇ। ਸੀਸ ਤੇ ਸੋਹਣੀ ਕਲਗੀ ਸਜਾਉਣੀ, ਸੁੰਦਰ ਦਸਤਾਰ ਸਜਾਉਣੀ, ਸੋਹਣੇ ਜਰੀਦਾਰ ਬਸਤਰ ਪਾਉਣੇ, ਕਢਾਈ ਵਾਲੇ ਚੋਲੇ, ਕਮਰ ਕੱਸਾ ਲਾਉਣਾ, ਮੋਢੇ ਤੇ ਤਰਕਸ ਪਾਉਣਾ, ਇੱਕ ਮੋਢੇ ਤੇ ਧਨੁੱਖ ਲੈਣੀ, ਗਾਤਰੇ ਵਿੱਚ ਸ੍ਰੀ ਸਾਹਿਬ ਰੱਖਣੀ, ਇੱਕ ਵੱਡੀ ਇੱਕ ਛੋਟੀ, ਹੋਰ ਜਥਾ ਸ਼ਕਤ ਸ਼ਸਤਰ ਜਿਹੜੇ ਨੇ ਪੇਟੀਬੱਧ ਲੈ ਕਰਕੇ ਤੇ ਫਿਰ ਮਹਾਰਾਜ ਜੀਆਂ ਨੇ ਆਪਣੇ ਘੋੜੇ ਤੇ ਚੜ੍ਹ ਜਾਣਾ। ਲਗਾਮ ਪਾਉਣੀ, ਜੀਨ ਪਾਉਣੀ, ਬਹੁਤ ਸੁੰਦਰ ਢੰਗ ਦੇ ਨਾਲ, ਜਿਵੇਂ ਕੋਈ ਬੜਾ ਵੱਡਾ ਬਲੀ ਯੋਧਾ ਘੋੜੇ ਤੇ ਚੜ੍ਹ ਕੇ ਸਫ਼ਰ ਕਰਦਾ, ਇਸ ਵਿਧ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਘੋੜੇ ਤੇ ਚੜ੍ਹ ਕੇ ਤੁਰਿਆ ਕਰਦੇ ਸਨ। ਤੇ ਜਦੋਂ ਕਿਤੇ ਫਿਰ ਘੋੜਾ ਆਪਣੀ ਟਾਪ ਚੁੱਕਦਾ, ਰਫ਼ਤਾਰ ਵਿੱਚ ਆਉਂਦਾ ਜਾਂ ਸਹਿਜ ਚਾਲ ਚੱਲਦਾ, ਭਾਈ ਸਾਹਿਬ ਜੀ ਕਹਿੰਦੇ ਨੇ ਅਸਲ ਵਿੱਚ ਫਿਰ ਉਹ ਐਸਾ ਨਜ਼ਾਰਾ ਹੁੰਦਾ ਸੀ, ਜੇ ਕੋਈ ਸਾਹਮਣੇ ਖੜ ਕੇ ਵੇਖ ਲੈਂਦਾ ਸੀ ਨਾ ਤੇ ਉਹਦਾ ਅੰਦਰ ਮੋਹਿਆ ਜਾਂਦਾ ਸੀ। ਕਿਉਂਕਿ ਇੱਕ ਤੇ ਪ੍ਰਤੱਖ ਹਰ ਦੀ ਮੂਰਤ, ਨੂਰਾਨੀ ਚਿਹਰਾ ਮਹਾਰਾਜ ਜੀ ਦਾ, ਰੱਬੀ ਤੇਜ ਹੈ ਮੁਖ ਦੇ ਉੱਪਰ, ਸਿਮਰਨ ਦੀ ਬਰਕਤ ਹੈ। ਦੂਸਰਾ ਸੁੰਦਰ ਬਸਤਰ, ਤਨ ਦੇ ਉੱਪਰ ਸ਼ਸਤਰ ਸਜੇ ਹੋਏ ਹਨ, ਸੀਸ ਤੇ ਕਲਗੀ ਲੱਗੀ ਹੋਈ ਹੈ ਤੇ ਬੇਸ਼ਕੀਮਤੀ ਨੀਲੇ ਦੇ ਸ਼ਾਹ ਸਵਾਰ ਘੋੜੇ ਦੇ ਉੱਪਰ ਤੁਰਦੇ। ਅੱਜ ਮਹਾਰਾਜ ਕੀ ਮੌਜ ਹੋਈ, ਮਾਮਾ ਜੀ ਘੋੜਾ ਲੈ ਕਰਕੇ ਆਏ ਨੇ। ਮਹਾਰਾਜ ਕਹਿੰਦੇ ਨੇ ਅੱਜ ਅਸੀਂ ਘੋੜੇ ਤੇ ਚੜ੍ਹ ਕੇ ਜੰਗਲ ਵਿੱਚ ਜਾ ਕਰਕੇ ਕੁਝ ਸ਼ਿਕਾਰ ਖੇਡਣਾ ਹੈ। ਸ਼ਸਤਰ ਦਾ ਅਭਿਆਸ ਹੈ, ਸੂਰਮੇ ਬਹੁਤ ਕਰਦੇ ਸਨ। ਇੱਥੇ ਇਹ ਨਹੀਂ ਦੇਖਣਾ ਕਿ ਮਹਾਰਾਜ ਜੀਵ ਹੱਤਿਆ ਕਰਦੇ ਨੇ, ਨਹੀਂ, ਕਿਉਂਕਿ ਮਹਾਰਾਜ ਕੇ ਸ਼ਸਤਰ ਦੇ ਨਾਲ ਤਾਂ ਜੇ ਕੋਈ ਜੀਵ ਵੀ ਪ੍ਰਾਣ ਤਿਆਗਦਾ ਹੈ ਨਾ ਤੇ ਇਹ ਸਮਝ ਲਓ ਵੀ ਉਹਦੀ ਵੀ ਦੁਨੀਆ ਤੋਂ ਮੁਕਤੀ ਹੋ ਜਾਂਦੀ ਹੈ। ਜਦੋਂ ਕੋਈ ਐਡੀ ਕਮਾਈ ਵਾਲਾ ਸੂਰਮਾ
ਪੂਰਨ ਪੁਰਖ ਆਪਣੇ ਹੱਥ ਤੋਂ ਕਿਸੇ ਦੇ ਪ੍ਰਾਣ ਲੈ ਲੈਂਦਾ ਤੇ ਉਹ ਫਿਰ ਨਰਕ ਨੂੰ ਨਹੀਂ ਜਾਂਦਾ, ਉਹ ਵੀ ਸਵਰਗ ਦੇ ਅੰਦਰ ਮੁਕਤ ਹੋ ਜਾਂਦਾ ਹੈ। ਸੋ ਇਸ ਵੇਲੇ ਇੱਕ ਮਹਾਰਾਜ ਕੀ ਮੌਜ ਹੈ। ਤੇ ਅਕਸਰ ਜਿੰਨੀਆਂ ਕੁ ਜੰਗਾਂ ਮਹਾਰਾਜ ਜੀਆਂ ਨੇ ਆਪਣੇ ਜੀਵਨ ਵਿੱਚ ਕੀਤੀਆਂ ਨੇ, ਅਸੀਂ ਕਹਿ ਸਕਦੇ ਹਾਂ ਵੀ ਇਹਨਾਂ ਏਡੀਆਂ ਮਹਾਨ ਵੱਡੀਆਂ ਜੰਗਾਂ ਨੂੰ ਫਤਿਹ ਕਰਨ ਦੇ ਲਈ ਯੁੱਧ ਵਿੱਦਿਆ ਦੀ ਬੜੀ ਅਤਿਅੰਤ ਲੋੜ ਸੀ। ਕਿਉਂਕਿ ਜਿਹਦੇ ਕੋਲ ਵਿੱਦਿਆ ਨਹੀਂ ਨਾ, ਜਿਹਦੇ ਕੋਲ ਯੁੱਧ ਦਾ ਅਭਿਆਸ ਨਹੀਂ, ਉਹ ਕਦੇ ਰਣ ਤੱਤੇ ਦੇ ਵਿੱਚ ਸੂਰਮਾ ਬਣ ਕੇ ਖੜ ਹੀ ਨਹੀਂ ਸਕਦਾ। ਤੇ ਜਿਸ ਵੇਲੇ ਮਹਾਰਾਜ ਜੀਆਂ ਨੇ ਰਣ ਫਤਿਹ ਕੀਤੇ, ਵੱਡੇ ਵੱਡੇ ਜਰਨੈਲਾਂ ਨੂੰ ਆਪਣੇ ਤੀਰਾਂ ਨਾਲ ਫੁੰਡ ਕੇ ਰੱਖ ਦਿੱਤਾ। ਨਾਮੀ ਕਲਾਮੀ ਜਰਨੈਲ ਮਹਾਰਾਜ ਜੀ ਕੇ ਤੀਰਾਂ ਦੇ ਸਾਹਮਣੇ ਸਿਰ ਲੁਕਾ ਕੇ ਭੱਜਦੇ ਹੋਏ ਨਜ਼ਰ ਆਏ। ਇਹਦਾ ਮਤਲਬ ਹੈ ਵੀ ਮਹਾਰਾਜ ਜੀ ਦਾ ਯੁੱਧ ਦਾ ਅਭਿਆਸ ਬਹੁਤ, ਸ਼ਸਤਰ ਦਾ ਅਭਿਆਸ ਬਹੁਤ ਬਲੀ ਵੱਡਾ ਅਭਿਆਸ ਹੈ। ਸੋ ਜਿਵੇਂ ਇਹ ਕਾਰਜ ਪ੍ਰਾਰੰਭ ਹੋ ਰਹੇ ਨੇ, ਇਹ ਤੋਂ ਭਾਈ ਸਾਹਿਬ ਜੀਆਂ ਨੇ ਜ਼ਿਕਰ ਕੀਤਾ, ਮਹਾਰਾਜ ਅੱਜ ਮੌਜ ਵਿੱਚ ਆ ਕੇ ਆਪਣੇ ਘੋੜੇ ਤੇ ਚੜ੍ਹ ਰਹੇ ਨੇ। ਭਾਵੇਂ ਹਾਲੀ ਆਰਬਲਾ ਉਮਰ ਕੁਝ ਛੋਟੀ ਹੈ, ਲੇਕਿਨ ਬਖਸ਼ਿਸ਼ ਆਰੰਭ ਤੋਂ ਹੀ ਵਰਤ ਰਹੀ ਹੈ। ਸੋ ਜਿਵੇਂ ਤਿਆਰੀ ਕਰ ਰਹੇ ਨੇ ਨਾ, ਜੀਨ ਜਰੀ ਜਰਕੀਨ ਤਬ ਬਰਬਾਜੀ ਪਰ ਡਾਰ, ਬਹੁਤ ਸੁੰਦਰ ਇੱਕ ਕਾਠੀ ਮੰਗਵਾਈ ਗਈ ਤੇ ਮਹਾਰਾਜ ਆਪ ਪਾਸ ਖੜੇ ਹੋ ਕਰਕੇ ਸੇਵਕਾਂ ਨੂੰ ਕਹਿੰਦੇ ਨੇ ਕਿ ਅੱਜ ਸਾਡਾ ਘੋੜਾ ਤਿਆਰ ਕੀਤਾ ਜਾਏ। ਉਹਦੇ ਉੱਪਰ ਜੀਨ ਕਾਠੀ ਪਾਈ ਗਈ, ਮੁੱਖ 'ਚ ਲਗਾਮ ਪਾਈ ਗਈ, ਸਾਰੇ ਤਰੀਕੇ ਦੇ ਨਾਲ ਉਹ ਜਿਹੜਾ ਘੋੜਾ ਹੈ ਤਿਆਰ ਕੀਤਾ ਗਿਆ। ਸੁੰਦਰ ਸਾਜਿਓ ਸਾਸਿਓ ਸਾਜ ਸਿਉ ਚਪਲਤ ਬਲੀ ਉਦਾਰ, ਘੋੜੇ ਨੂੰ ਅੱਜ ਸ਼ਿੰਗਾਰਿਆ ਗਿਆ। ਉਹਦੇ ਉੱਪਰ ਕਾਠੀ ਪਾ ਕੇ, ਲਗਾਮ ਪਾ ਕਰਕੇ, ਸਾਰੇ ਤਰ੍ਹਾਂ ਦੇ ਨਾਲ ਉਹਨੂੰ ਤਿਆਰ ਕਰਕੇ ਤੇ ਅੱਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਹਿਲੀ ਵਾਰ ਇੱਕ ਸੂਰਮੇ ਦੇ ਰੂਪ ਵਿੱਚ ਉਸ ਘੋੜੇ ਦੇ ਉੱਪਰ ਚੜ੍ਹ ਕੇ ਸਵਾਰੀ ਕਰਨ ਲੱਗੇ ਹਨ। ਚੌਪਈ ਗੁਰਨ ਮਨਾਏ ਗੁਰੂ ਕੇ ਨੰਦਨ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਾ ਜਿਹੜਾ ਆਪ ਨੂੰ ਘੋੜੇ ਉੱਪਰ ਸਵਾਰ ਕਰ ਰਹੇ ਨੇ, ਲੇਕਿਨ ਇੱਥੇ ਸਭ ਤੋਂ ਪਹਿਲਾਂ ਘੋੜੇ ਤੇ ਚੜ੍ਹਨ ਤੋਂ ਵੀ ਪਹਿਲਾਂ ਮਹਾਰਾਜ ਜੀਆਂ ਨੇ ਵੱਡੇ ਗੁਰੂ ਸਾਹਿਬਾਨ ਜੀ ਹੋਰਾਂ ਨੂੰ ਯਾਦ ਕੀਤਾ। ਗੁਰਨ ਮਨਾਏ ਗੁਰੂ ਕੋ ਨੰਦਨ। ਮੈਂ ਇੱਥੇ ਇੱਕ ਬੇਨਤੀ ਹੋਰ ਕਰਾਂਗਾ ਆਪ ਸੰਗਤ ਦੇ ਚਰਨਾਂ ਅੰਦਰ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਜੀਵਨ ਜਿਵੇਂ ਜਿਵੇਂ ਅਸੀਂ ਪੜਾਂਗੇ ਜਾਂ ਆਪ ਵੀ ਕਦੇ ਦਰਸ਼ਨ ਕਰੋ, ਮਹਾਰਾਜ ਜੀ ਕੇ ਜੀਵਨ ਵਿੱਚ ਇੱਕ ਬਾ ਕਮਾਲ ਨਿਯਮ ਹੈ ਕਿ ਜੇਕਰ ਉਹ ਆਪਣੇ ਜੀਵਨ ਵਿੱਚ ਕਿਤੇ ਬਹਿ ਕੇ ਪ੍ਰਸ਼ਾਦਾ ਛਕਦੇ ਨੇ ਤੇ ਪਹਿਲੇ ਵੱਡੇ ਗੁਰੂ ਸਾਹਿਬਾਨ ਜੀਆਂ ਦਾ, ਅਕਾਲ ਪੁਰਖ ਦਾ ਧਿਆਨ ਧਰ ਕੇ ਤਉ ਪ੍ਰਸਾਦ ਕਹਿ ਕੇ ਅਰਦਾਸ ਕਰਦੇ ਨੇ। ਜੇ ਜੰਗੇ ਮੈਦਾਨ ਵਿੱਚ ਤੁਰਦੇ ਨੇ ਤੇ ਪਹਿਲੇ ਅਰਦਾਸ ਕਰਕੇ ਤਉ ਪ੍ਰਸਾਦ ਕਹਿ ਕੇ ਸ਼ਸਤਰ ਚੁੱਕਦੇ ਨੇ। ਹੋਰ ਕੋਈ ਵੀ ਜੀਵਨ ਦਾ ਕੰਮ ਹੈ, ਉਹਨੂੰ ਕਰਨ ਤੋਂ ਪਹਿਲਾਂ ਮਹਾਰਾਜ ਜੀਆਂ ਨੇ ਅਕਾਲ ਪੁਰਖ ਪ੍ਰਮਾਤਮਾ ਨੂੰ ਧਿਆਇਆ ਤੇ ਉਸ ਤੋਂ ਬਾਅਦ ਉਸ ਕੰਮ ਨੂੰ ਕਰਨਾ ਸ਼ੁਰੂ ਕੀਤਾ। ਕਿਉਂਕਿ ਮਹਾਰਾਜ ਨੇ ਸਾਨੂੰ ਇਹ ਗੱਲਾਂ ਬੜੀ ਬਰੀਕੀ ਨਾਲ ਸਿਖਾਈਆਂ ਨੇ, ਜੋ ਬਾਣੀ ਦੇ ਵਿੱਚ ਕਿਹਾ ਗਿਆ ਸਿੱਖ ਨੂੰ ਕਰਨ ਦੇ ਲਈ। ਜਿਹ ਪ੍ਰਸਾਦ ਅਸ ਹਸਤ ਸਵਾਰੀ, ਮਨ ਤਿਸ ਪ੍ਰਭੂ ਕੋ ਕਬੂ ਨਾ ਵਿਸਾਰੀ। ਜਿਸ ਪਰਮਾਤਮਾ ਦੀ ਕਿਰਪਾ ਨਾਲ ਘੋੜੇ ਤੇ ਚੜ੍ਹਨਾ ਹੈ, ਉਸ ਨੂੰ ਪਹਿਲੇ ਯਾਦ ਕੀਤਾ ਜਾਏ। ਅੱਜ ਮਹਾਰਾਜ ਇਸ ਘੋੜੇ ਤੇ ਚੜ੍ਹ ਰਹੇ ਨੇ ਤੇ ਤਿਆਰ ਬਰ ਤਿਆਰ ਘੋੜਾ ਹੈ, ਆਪ ਵੀ ਸ਼ਸਤਰਬੱਧ ਨੇ। ਘੋੜੇ ਤੇ ਚੜ੍ਹਨ ਤੋਂ ਪਹਿਲਾਂ ਮਹਾਰਾਜ ਜੀਆਂ ਨੇ ਘੋੜੇ ਦੇ ਪਾਸ ਖੜੇ ਹੋ ਕਰਕੇ ਇੱਕ ਅਰਦਾਸ ਕੀਤੀ ਹੈ। ਵੱਡੇ ਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਜੀਆਂ ਤੋਂ ਲੈ ਕਰਕੇ ਨੌਵੇਂ ਗੁਰੂ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਹੋਰਾਂ ਨੂੰ ਯਾਦ ਕੀਤਾ ਹੈ। ਯਾਦ ਕਰਕੇ ਸਿਮਰਨ ਕਰਕੇ ਅਰਦਾਸ ਕੀਤੀ ਹੈ ਜੀ। ਮਨ ਸਿਮਰੇ ਗੁਰ ਬਿਗਨ ਨਿਕੰਦਨ, ਕਿਉਂਕਿ ਜਿਨ੍ਹਾਂ ਗੁਰੂ ਸਾਹਿਬਾਨ ਜੀਆਂ ਦੇ ਨਾਮ ਨੂੰ ਯਾਦ ਕਰੀਏ ਤੇ ਬਿਗਨ ਟਲ ਜਾਂਦੇ ਨੇ, ਮੁਸ਼ਕਲਾਂ ਹਟ ਜਾਂਦੀਆਂ ਨੇ। ਮਹਾਰਾਜ ਜੀ ਘੋੜੇ ਤੇ ਚੜ੍ਹਨ ਤੋਂ ਪਹਿਲਾਂ ਗੁਰੂ ਸਾਹਿਬਾਨ, ਵੱਡੇ ਗੁਰੂ ਸਾਹਿਬਾਨ ਜੀਓ ਦਾ ਧਿਆਨ ਕਰਕੇ, ਅਰਦਾਸ ਕਰਕੇ, ਸਿਮਰਨ ਕਰਕੇ ਫਿਰ ਸਵਾਰੀ ਕਰਦੇ ਹਨ। ਚੜੇ ਤੁਰੰਗ ਸੰਗ ਚਪਲਾਈ, ਫਿਰ ਬੜੇ ਉਸ ਸਜਾਏ ਹੋਏ ਘੋੜੇ ਦੇ ਉੱਪਰ ਬੜੀ ਫੁਰਤੀ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਘੋੜੇ ਉੱਪਰ ਚੜ੍ਹ ਗਏ ਸਨ। ਪ੍ਰੇਰਨ ਕੀਨੋ ਬਾਗ ਉਠਾਈ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਘੋੜੇ ਨੂੰ ਪ੍ਰੇਰਦੇ ਹਨ। ਪ੍ਰੇਰਨਾ ਕਿਵੇਂ? ਜਿਵੇਂ ਘੋੜੇ ਤੇ ਸਵਾਰ ਕੋਈ ਚੜ੍ਹਦਾ ਹੈ ਨਾ, ਫਿਰ ਘੋੜੇ ਦੇ ਲੱਕ ਨੂੰ ਅੱਡੀ ਲਾਉਂਦਾ। ਜਦੋਂ ਅੱਡੀ ਲਾਉਂਦਾ, ਉਧਰੋਂ ਜਿਹੜੀਆਂ ਵਾਗਾਂ ਨੇ, ਘੋੜੇ ਦੀ ਲਗਾਮ ਜਿਹੜੀ ਆ ਉਹਨੂੰ ਆਪਣੇ ਹੱਥ ਵਿੱਚ ਫੜ ਕੇ ਫਿਰ ਉਹਦੇ ਉੱਪਰ ਆਪ ਤਕੜਾਈ ਕਰਕੇ ਫਿਰ ਉਸ ਘੋੜੇ ਨੂੰ ਤੋਰਦਾ ਤੇ ਜਿਸ ਦਿਸ਼ਾ ਵੱਲ ਨੂੰ ਲਿਜਾਣਾ ਹੈ ਘੋੜਾ, ਉਸੇ ਤਰ੍ਹਾਂ ਉਹਦੀ ਲਗਾਮ ਨਾਲ ਇਸ਼ਾਰਾ ਕੀਤਾ ਜਾਂਦਾ, ਢਿੱਲਾ ਕਰਨਾ, ਤੇਜ਼ ਕਰਨਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਘੋੜੇ ਤੇ ਚੜ੍ਹੇ ਹਨ, ਘੋੜੇ ਨੂੰ ਪ੍ਰੇਰ ਰਹੇ ਹਨ, ਅੱਡੀ ਲਾ ਰਹੇ ਹਨ। ਜਿਸ ਪਾਸੇ ਵੱਲ ਜਾਣਾ ਹੈ, ਜੋ ਅੱਜ ਮੌਜ ਹੈ, ਮਹਾਰਾਜ ਆਪ ਚੱਲ ਰਹੇ ਹਨ। ਏਕ ਬਾਜਲੇ ਆਏ ਕਿਰਪਾਲ, ਤੇ ਨਾਲ ਹੀ ਮਾਮਾ ਕਿਰਪਾਲ ਚੰਦ ਜੀ ਇੱਕ ਬਾਜ ਵੀ ਲੈ ਕਰਕੇ ਆਏ ਸਨ। ਕਿਉਂਕਿ ਆਪਾਂ ਮਹਾਰਾਜ ਜੀ ਦਾ ਜਦੋਂ ਵੀ ਸਿਮਰਨ ਕਰਦੇ ਹਾਂ, ਜਦੋਂ ਵੀ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਹਾਂ ਜਾਂ ਕੋਈ ਬਾਤ ਕਰੀਏ, ਆਪਾਂ ਖਾਸ ਕਰਕੇ ਕਹਿੰਦੇ ਹਾਂ ਨੀਲੇ ਦੇ ਸ਼ਾਹ ਸਵਾਰ ਬਾਜਾਂ ਵਾਲੇ। ਸੋ ਇਹ ਸਭ ਕੁਝ ਮਹਾਰਾਜ ਕੇ ਜੀਵਨ ਵਿੱਚ ਹੈ। ਬਾਜ ਰੱਖਣਾ,
ਇਹ ਯੋਧਿਆਂ ਦੀ ਨਿਸ਼ਾਨੀ ਹੈ, ਸੂਰਮਿਆਂ ਦਾ ਚਿੰਨ੍ਹ ਹੈ। ਵੱਡੇ ਜਿਤਨੇ ਵੀ ਸੂਰਮੇ ਨੇ ਨਾ, ਖਾਸ ਕਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਜੀਵਨ ਵਿੱਚ ਤੇ ਬਾਜ ਸਾਨੂੰ ਹਰ ਥਾਂ ਤੇ ਮਿਲੇਗਾ। ਤੇ ਇਹ ਵੀ ਇੱਕ ਬਹੁਤ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਕਿਉਂਕਿ ਬਾਜ ਆਮ ਪੰਛੀ ਨਹੀਂ ਹੈ। ਬਾਜ ਦੇ ਕੋਲ ਨਿਸ਼ਾਨਾ ਫੁੰਨਣ ਦੀ ਬਹੁਤ ਤਕੜੀ ਕਲਾ ਹੈ। ਇੱਥੋਂ ਤੱਕ ਕਿ ਬਾਜ ਦੇ ਵਿੱਚ ਕਈ ਤਰ੍ਹਾਂ ਦੀਆਂ ਵੈਸੇ ਕਿਸਮਾਂ ਨੇ, ਪਰੰਤੂ ਕੁਝ ਬਾਜ ਐਸੇ ਨੇ ਜਿਨ੍ਹਾਂ ਦੇ ਸ਼ਿਕਾਰ ਕਰਨ ਦੀ ਗਤੀ ਏਡੀ ਤੇਜ਼ ਹੈ ਕਿ ਕਈ ਵਾਰ ਸਾਡੀ ਖੁੱਲੀ ਅੱਖ ਨਾਲ ਪਤਾ ਹੀ ਨਹੀਂ ਲੱਗਦਾ ਉਹ ਕਿਸ ਟਾਈਮ ਸ਼ਿਕਾਰ ਕਰਕੇ ਉਹ ਉੱਡ ਜਾਂਦੇ। ਮਹਾਰਾਜ ਜੀ ਕੇ ਪਾਸ ਜਿਹੜਾ ਬਾਜ ਹੈ ਉਹ ਵੀ ਬੜਾ ਕਰਤੱਵ ਵਾਲਾ ਬਾਜ ਹੈ ਬਹੁਤ, ਤੇ ਮਹਾਰਾਜ ਕੇ ਸਾਥ ਉਹਦਾ ਪ੍ਰੇਮ ਕਹਿ ਲਈਏ ਕਿ ਜਦੋਂ ਵੀ ਮਹਾਰਾਜ ਕਿਤੇ ਘੋੜੇ ਤੇ ਚੜ੍ਹਦੇ ਨੇ ਹੱਥ ਵਿੱਚ ਬਾਜ ਹੁੰਦਾ। ਸੋ ਏਕ ਬਾਜ ਲੈ ਆਏ ਕਿਰਪਾਲ, ਜਿਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਅੱਜ ਇਹ ਸਵਾਰੀ ਕਰਨੀ ਹੈ, ਸ਼੍ਰੀ ਅਨੰਦਪੁਰ ਸਾਹਿਬ ਜਾਣਾ ਹੈ, ਤੇ ਉਸ ਤੋਂ ਪਹਿਲਾਂ ਜੋ ਜੰਗੇ ਕਰਤੱਵ ਆਦਿ ਕਰਨੇ ਹਨ, ਉਸ ਤੋਂ ਪਹਿਲਾਂ ਘੋੜੇ ਤੇ ਚੜ੍ਹ ਰਹੇ ਹਨ, ਤੇ ਇੱਕ ਬਾਜ ਮਾਮਾ ਕਿਰਪਾਲ ਚੰਦ ਜੀ ਨਾਲ ਲੈ ਕਰਕੇ ਆਏ ਸਨ, ਜਿਹਨੂੰ ਲੈ ਕਰਕੇ ਹੀ ਮਹਾਰਾਜ ਅੱਜ ਜੰਗਲ ਵਿੱਚ ਸ਼ਿਕਾਰ ਖੇਡਣ ਲਈ ਜਾਣਗੇ ਜੀ। ਕਹਿ ਕਰ ਤਾਏ ਮਿਲਾਇਓ ਨਾਲ, ਤੇ ਮਹਾਰਾਜ ਨੇ ਇਹ ਕਹਿ ਦਿੱਤਾ ਕਿ ਸਾਡਾ ਜਿਹੜਾ ਬਾਜ ਆਇਆ ਹੈ ਉਹ ਵੀ ਲੈ ਕਰਕੇ ਆਓ ਜੀ। ਮੀਰ ਸ਼ਿਕਾਰ ਭਇਓ ਤਬ ਆਗੇ, ਮੀਰ ਸ਼ਿਕਾਰ ਜਿਹੜਾ ਸ਼ਿਕਾਰ ਦਾ, ਜਿਵੇਂ ਜਿਸ ਪਾਸੇ ਵੱਲ ਨੂੰ ਮਹਾਰਾਜ ਜੀਆਂ ਨੇ ਸ਼ਿਕਾਰ ਕਰਨ ਜਾਣਾ ਹੈ ਨਾ, ਤੇ ਉਹ ਸ਼ਿਕਾਰ ਖੇਡਣ ਦੇ ਲਈ ਜਿਹੜਾ ਅੱਗੇ ਇੱਕ ਮਨੁੱਖ ਖਾਸ ਕਰਕੇ ਉਸ ਵਕਤ ਹਿਦਾਇਤ ਦੇਣ ਦੇ ਲਈ ਵੀ ਇਸ ਪਾਸੇ ਵੱਲ ਨੂੰ ਚੱਲਣਾ ਹੈ। ਸੋ ਜਿਹੜਾ ਇਸ ਵਿਦਿਆ ਵੀ ਮਹਾਰਾਜ ਜੀਆਂ ਨੂੰ ਦੇ ਰਿਹਾ ਹੈ, ਤੇ ਨਾਲ ਇਹ ਵੀ ਦੱਸ ਰਿਹਾ ਹੈ ਕਿ ਮਹਾਰਾਜ ਇਸ ਪਾਸੇ ਵੱਲ ਸ਼ਿਕਾਰ ਖੇਡਣਾ ਸਾਡੇ ਲਈ ਸੌਖਾ ਹੈ ਜਾਂ ਇਸ ਪਾਸੇ ਇੱਦਾਂ, ਉਹ ਉਸ ਤੋਂ ਅੱਗੇ ਅਗਵਾਈ ਕਰਦਾ ਹੈ। ਚੱਲੇ ਵਹਿਰ ਕੋ ਆਨੰਦ ਪਾਗੇ, ਤੇ ਅੱਜ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਨਾਲ ਕੁਝ ਸਿੱਖ ਸਿਪਾਹੀਆਂ ਨੂੰ ਲੈ ਕਰਕੇ ਆਪਣੀ ਮੌਜ ਵਿੱਚ ਆਪਣੇ ਘੋੜੇ ਤੇ ਸਵਾਰ ਹੋ ਕਰਕੇ, ਸ਼ਸਤਰ ਲੈ ਕਰਕੇ, ਬਾਜ ਲੈ ਕਰਕੇ ਤੁਰ ਪਏ ਹਨ। ਸਭ ਕੇ ਹਿਰਦੇ ਪ੍ਰਫੁੱਲਤ ਹੋਏ, ਤੇ ਜਿਸ ਵਕਤ ਅੱਜ ਮਹਾਰਾਜ ਜੀ ਦਾ ਇਹ ਸਰੂਪ ਸਾਰਿਆਂ ਨੇ ਤੱਕਿਆ, ਕਿਉਂਕਿ ਮੈਂ ਇੱਥੇ ਫਿਰ ਬੇਨਤੀ ਕਰਾਂਗਾ, ਇਹ ਪਹਿਲੀ ਦਫਾ ਹੈ ਜਿਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਇੱਕ ਯੋਧੇ ਦੇ ਰੂਪ ਵਿੱਚ ਸ਼ਿਕਾਰ ਦੀ ਜਾ ਰਹੇ ਹਨ, ਤੇ ਸ਼ਸਤਰਬੱਧ ਹੋਕਰ ਕੇ ਆਪਣੇ ਘੋੜੇ ਤੇ ਚੜੇ ਨੇ। ਇਸ ਤੋਂ ਪਹਿਲਾਂ ਘੋੜੇ ਤੇ ਚੜੇ ਨੇ, ਸਵਾਰੀ ਕੀਤੀ ਹੈ, ਲੇਕਿਨ ਜਿਵੇਂ ਕੋਈ ਆਮ ਬਾਲਕ, ਆਮ ਬੱਚਾ, ਜਿਵੇਂ ਅਸੀਂ ਵੇਖਦੇ ਹਾਂ ਬਾਲ ਉਮਰ ਦੇ ਵਿੱਚ ਆਮ ਕਰਤੱਵ ਹੈ, ਲੇਕਿਨ ਅੱਜ ਕੁਝ ਨਵੇਕਲਾ ਹੋ ਰਿਹਾ, ਕੁਝ ਵੱਡੀ ਬਖਸ਼ਿਸ਼ ਵਰਤ ਰਹੀ ਹੈ। ਤੇ ਮਹਾਰਾਜ ਆਪਣੇ ਘੋੜੇ ਤੇ ਚੜ੍ਹ ਕੇ ਜਿਸ ਵਿਧ ਚੱਲੇ ਹਨ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਦਰਸ਼ਨ ਕੀਤੇ ਹਨ, ਮਹਾਰਾਜ ਜੀ ਦਾ ਦਰਸ਼ਨ ਪਾ ਕਰਕੇ ਬਹੁਤ ਪ੍ਰਸੰਨ ਹੋਏ ਹਨ। ਗੁਰੂ ਪਿਤਾਮਾ ਕੇ ਸਮਝੋਏ, ਤੇ ਜਿਨ੍ਹਾਂ ਗੁਰਮੁਖਾਂ ਨੇ ਵੇਖਿਆ ਉਹਨਾਂ ਨੇ ਉਸੇ ਵਕਤ ਕਹਿ ਦਿੱਤਾ ਕਿ ਇਹ ਆਪਣੇ ਦਾਦਾ ਜੀ ਵੱਤ ਨੇ। ਗੁਰੂ ਪਿਤਾਮਾ, ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਪਿਤਾ ਨੇ ਧੰਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਪਿਤਾ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਤੇ ਜਿੰਨੀ ਕੋ ਬਖਸ਼ਿਸ਼ ਮਹਾਰਾਜ ਜੀ ਕੇ ਪਾਸ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਕੀ ਰਚਨਾ ਨੂੰ ਪੜ੍ਹੀਏ ਤੇ ਉਹਨਾਂ ਨੇ ਮਹਾਰਾਜ ਜੀ ਕੀ ਸਿਫਤ ਵਿੱਚ ਇੱਕ ਪੌੜੀ ਲਿਖੀ ਹੈ, ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਤੇ ਅੱਗੇ ਉਹਨਾਂ ਨੇ ਬਚਨ ਲਿਖੇ, ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ, ਜਿਹੜੀ ਮੂਰਤ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਤੇ ਮੈਂ ਬੇਨਤੀ ਕਰਾਂ, ਜੇ ਕਿਤੇ ਆਪ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਪੜ੍ਹੋਗੇ ਨਾ, ਤੇ ਸਾਰਾ ਕੁਝ ਮਹਾਰਾਜ ਜੀ ਕੇ ਜੀਵਨ ਵਿੱਚ ਵੀ ਹੈ। ਬਚਪਨ ਤੋਂ ਹੀ, ਚੜ੍ਹਦੀ ਜਵਾਨੀ ਤੋਂ ਹੀ ਮਹਾਰਾਜ ਜੀ ਨੇ ਘੋੜੇ ਦੀ ਸਵਾਰੀ ਕਰਨੀ ਸ਼ੁਰੂ ਕੀਤੀ ਹੈ। ਭਰਵਾਂ ਸਰੀਰ ਹੈ, ਅਤਿਅੰਤ ਬਲ ਹੈ, ਤੇ ਸਭ ਤੋਂ ਵੱਡੀ ਗੱਲ ਸਾਡਾ ਇਤਿਹਾਸ ਕਹਿੰਦਾ, ਮਹਾਰਾਜ ਜੀ ਜਿਸ ਵਕਤ ਤਖਤ ਤੇ ਬੈਠੇ ਨੇ, ਗੁਰਤਾ ਗੱਦੀ ਮਿਲੀ ਹੈ, ਸੇਲੀ ਟੋਪੀ ਨੂੰ ਤੋਸ਼ੇਖਾਨੇ ਜਮ੍ਹਾਂ ਕਰਵਾ ਕਰਕੇ ਤੇ ਮਹਾਰਾਜ ਜੀ ਨੇ 2 ਤਲਵਾਰਾਂ ਆਪਣੇ ਤਨ ਤੇ ਪਾਈਆਂ। ਸਮੇਂ ਦੇ ਢਾਡੀ ਜਿਹੜੇ ਨੇ ਨੱਥ ਅਬਦੁੱਲ, ਉਹਨਾਂ ਨੇ ਉਹ ਇਤਿਹਾਸ ਵਿੱਚ ਵੀ ਲਿਖ ਦਿੱਤਾ, 2 ਤਲਵਾਰੀ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। 2 ਤਲਵਾਰਾਂ ਪਾ ਕਰਕੇ, ਹੋਰ ਸ਼ਸਤਰ ਸਜਾ ਕਰਕੇ, ਸੁੰਦਰ ਦਸਤਾਰ ਸਜਾ ਕਰਕੇ, ਸੀਸ ਤੇ ਕਲਗੀ ਲਾ ਕਰਕੇ ਮਹਾਰਾਜ ਜੀ ਆਪਣੇ ਸਮੇਂ ਇਹ ਜੰਗਾਂ ਲੜਦੇ ਰਹੇ। ਅੱਜ ਉਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੇ ਪੋਤਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਿਆਰ ਬਰ ਤਿਆਰ ਹੋ ਕਰਕੇ ਆਪਣੇ ਘੋੜੇ ਤੇ ਚੜੇ ਨੇ। ਸਰੀਰ ਦੇ ਉੱਪਰ ਸ਼ਸਤਰ ਸਜੇ ਨੇ, ਮੋਢੇ ਤੇ ਤਰਕਸ਼ ਹੈ, ਇੱਕ ਮੋਢੇ ਤੇ ਤਨੋਖਾ ਹੈ, ਗਾਤਰਿਆਂ ਵਿੱਚ ਕਿਰਪਾਨਾਂ ਪਾਈਆਂ ਹੋਈਆਂ ਨੇ, ਹੋਰ ਬੇਸ਼ੁਮਾਰ ਸ਼ਸਤਰ ਨੇ, ਸੀਸ ਤੇ ਚੱਕਰ ਲੱਗੇ ਹੋਏ ਨੇ, ਕਲਗੀ ਸਜੀ ਹੋਈ ਹੈ। ਤੇ ਜਿਨ੍ਹਾਂ ਗੁਰਮੁਖਾਂ ਨੇ ਦਰਸ਼ਨ ਪਾਇਆ,
ਕਿਉਂਕਿ ਜਿਨ੍ਹਾਂ ਜਿਨ੍ਹਾਂ ਵੇਖਿਆ, ਮੈਂ ਬੇਨਤੀ ਕਰਾਂਗਾ ਇੱਥੇ ਨਾਲ ਉਹ ਵੀ ਹੈਗੇ ਨੇ, ਖਾਸ ਕਰਕੇ ਅਸੀਂ ਪਿਛਲੇ ਦਿਨਾਂ ਤੋਂ ਪੜ੍ਹਦੇ ਆ ਰਹੇ ਹਾਂ। ਮਹਾਰਾਜ ਜੀ ਜਿਸ ਵਕਤ ਆਨੰਦਪੁਰ ਸਾਹਿਬ ਆ ਰਹੇ ਨੇ ਤੇ ਮਾਤਾ ਨਾਨਕੀ ਜੀ ਨਾਲ ਨੇ, ਤੇ ਮਾਤਾ ਨਾਨਕੀ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੇ ਮਹੱਲ ਨੇ। ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਮਾਤਾ ਜੀ ਹਨ, ਤੇ ਮਾਤਾ ਨਾਨਕੀ ਜੀਆਂ ਨੇ ਤੇ ਆਪਣੇ ਪਤੀ ਗੁਰਦੇਵ ਦਾ ਪਿਆਰ ਮਾਣਿਆ ਹੋਇਆ। ਉਹਨਾਂ ਨੇ ਤਾਂ ਸਾਰੀਆਂ ਮੂਰਤਾਂ, ਸਾਰੇ ਦ੍ਰਿਸ਼ ਆਪਣੀਆਂ ਅੱਖਾਂ ਨਾਲ ਵੇਖੇ ਨੇ। ਹੋਰ ਕੁਝ ਸਿੱਖ ਵੀ ਐਸੇ ਨੇ ਜਿਨ੍ਹਾਂ ਨੇ ਉਹ ਸਾਰੇ ਨਜ਼ਾਰੇ ਆਪਣੀਆਂ ਨੇਤਰਾਂ ਨਾਲ ਵੇਖੇ ਨੇ। ਅੱਜ ਜਿਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਘੋੜੇ ਤੇ ਚੜ੍ਹਦੇ ਵੇਖਿਆ ਤੇ ਉਹਨਾਂ ਨੇ ਕਹਿ ਦਿੱਤਾ ਵੀ ਉਹੀ ਮੂਰਤ ਹੈ। 6ਵੇਂ ਜਾਮੇ ਦੇ ਵਿੱਚ ਜਿੱਦਾਂ ਦਰਸ਼ਨ ਦਿੱਤਾ ਸੀ, ਅੱਜ 10ਵੇਂ ਜਾਮੇ ਦੇ ਵਿੱਚ ਉਹੀ ਮੂਰਤ ਉਸੇ ਤਰ੍ਹਾਂ ਫਿਰ ਘੋੜੇ ਦੇ ਉੱਪਰ ਆ ਕਰਕੇ ਸੁਸ਼ੋਭਿਤ ਹੋ ਗਏ ਹਨ। ਚੜ੍ਹਤ ਅਨੂਠੀ ਸਜਿਓ ਤੁਰੰਗ। ਚੜ੍ਹਤ ਅਨੂਠੀ, ਚੜ੍ਹਤ ਅਨੂਠੀ, ਜਿਵੇਂ ਅਨੂਠੀ ਤੋਂ ਭਾਵ ਹੁੰਦਾ ਜਿੰਨਾ ਵੇਖਿਆ ਉਹ ਕਹਿਣ ਲੱਗੇ ਵਾਹ ਜੀ ਵਾਹ, ਵੱਖਰਾ ਹੀ ਨਜ਼ਾਰਾ ਹੈ। ਅਨੂਠੀ ਦਾ ਮਤਲਬ ਹੁੰਦਾ ਅਨੋਖੀ। ਚੜ੍ਹਤ ਅਨੂਠੀ, ਜਿਵੇਂ ਆਪਾਂ ਵੇਖਦੇ ਆ ਨਾ, ਕਈ ਵਾਰ ਕੋਈ ਵੱਡਾ ਮਨੁੱਖ ਕਿਤੋਂ ਆਵੇ ਤੇ ਆਪਾਂ ਕਹਿੰਦੇ ਆ ਵਾਹ ਕਿਆ ਨਜ਼ਾਰਾ ਹੈ। ਇਸੇ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੀ ਜਿਹੜੀ ਚੜ੍ਹਤ ਹੈ, ਉਹ ਜਿਹੜਾ ਦ੍ਰਿਸ਼ ਹੈ ਉਹ ਵੱਖਰਾ ਹੀ ਹੈ। ਭਾਵੇਂ ਕਿ ਕਵੀ ਜੀ ਹੋਰਾਂ ਨੇ ਦੱਸਣ ਦਾ ਯਤਨ ਕੀਤਾ, ਲੇਕਿਨ ਸਜਿਓ ਤੁਰੰਗ, ਜਿਸ ਸਜੇ ਹੋਏ ਘੋੜੇ ਦੇ ਉੱਪਰ ਤਿਆਰ ਬਰ ਤਿਆਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬੈਠੇ ਹਨ। ਅੱਜ ਵੱਖਰਾ ਹੀ ਦ੍ਰਿਸ਼ ਗੁਰਸਿੱਖਾਂ ਨੂੰ ਵੇਖਣ ਨੂੰ ਮਿਲ ਰਿਹਾ ਹੈ ਜੀ। ਮਨੋ ਬੀਰ ਰਸ ਭਾਲ ਸਲੰਬ। ਮਨੋ ਅੰਦਰ ਜਿਹੜਾ ਹੈ ਬੀਰ ਰਸ ਦੇ ਵਿੱਚ ਭਰਿਆ ਗਿਆ ਹੈ। ਜਿਨ੍ਹਾਂ ਵੇਖਿਆ ਉਹਨਾਂ ਦਾ ਵੀ ਭਰਿਆ ਗਿਆ, ਤੇ ਜਿਹੜੇ ਦਾਤਾ ਜੀ ਆਪ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਇਹ ਸਾਰਾ ਕਰਤੱਵ ਕਰ ਰਹੇ ਹਨ, ਉਹ ਵੀ ਆਨੰਦ ਅੰਦਰ ਹਨ। ਬਦਨ ਪ੍ਰਫੁੱਲਤ ਕਮਲ ਮਨੋ ਹੈ। ਬਦਨ ਪ੍ਰਫੁੱਲਤ, ਕਿਉਂਕਿ ਅਜੇ ਉਮਰ ਭਾਵੇਂ ਕੁਝ ਛੋਟੀ ਹੈ, ਲੇਕਿਨ ਸਰੀਰ ਭਰਵਾਂ ਹੈ, ਚਿਹਰਾ ਸੁੰਦਰ ਹੈ, ਨੁਹਾਰ ਦਿਲ ਖਿੱਚਵੀਂ ਹੈ, ਤੇ ਬਦਨ ਪ੍ਰਫੁੱਲਤ ਖਿੜਿਆ ਹੋਇਆ ਮਹਾਰਾਜ ਜੀ ਦਾ ਤਨ ਹੈ। ਜਦੋਂ ਕੋਈ ਉਸ ਤਨ ਤੇ ਝਾਤ ਮਾਰਦਾ ਹੈ, ਦਰਸ਼ਨ ਪਾਉਂਦਾ ਹੈ, ਉਹਦਾ ਮਨੋਂ ਅੰਦਰ ਖਿੜ ਜਾਂਦਾ ਹੈ। ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਮੂਰਤ ਹੈ। ਜਦੋਂ ਕੋਈ ਨੇਤਰ ਭਰ ਕੇ ਮਹਾਰਾਜ ਜੀ ਕੇ ਐਸੇ ਸਰੂਪ ਦੇ ਦਰਸ਼ਨ ਪਾਉਂਦਾ, ਬਸ ਫਿਰ ਉਹਦੀ ਜਿਹੜੀ ਨਿਗਾਹ ਹੈ ਮਹਾਰਾਜ ਜੀ ਕੇ ਪਾਵਨ ਤਨ ਤੋਂ, ਮਹਾਰਾਜ ਜੀ ਕੇ ਪਾਵਨ ਮੁਖ ਤੋਂ ਹਟਦੀ ਨਹੀਂ ਹੈ। ਬਹੁਤ ਸੁੰਦਰ ਅਜਬ ਨਜ਼ਾਰਾ ਹੈ ਜੀ। ਚਪਲ ਬਿਲੋਚਨ ਤੇਜ ਕਨੋ ਹੈ। ਤੇ ਜਿਸ ਘੋੜੇ ਦੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਚੜੇ ਹਨ, ਉਹ ਵੀ ਬੜਾ ਚੰਚਲ ਘੋੜਾ ਹੈ। ਜਦੋਂ ਕਿਤੇ ਆਪਣੀ ਰੋਹ ਵਿੱਚ ਆ ਕਰਕੇ ਵੇਗ ਵਿੱਚ ਤੁਰਦਾ ਹੈ ਨਾ, ਭਾਈ ਸਾਹਿਬ ਜੀ ਕਹਿੰਦੇ ਨੇ ਉਹਦਾ ਮੁਕਾਬਲਾ ਕੋਈ ਕਰ ਨਹੀਂ ਸਕਿਆ। ਤੇ ਇਹ ਸੱਚ ਹੈ, ਸਾਡਾ ਸੰਪੂਰਨ ਇਤਿਹਾਸ ਇਸ ਗੱਲ ਦਾ ਗਵਾਹ ਹੈ। ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਘੋੜਾ ਦੌੜ ਗਿਆ, ਕਿਸੇ ਯੋਧੇ ਕੋਲ ਇੰਨੀ ਤਾਕਤ ਨਹੀਂ ਹੋਈ ਵੀ ਉਹਦਾ ਕੋਈ ਪਿੱਛੋਂ ਭੱਜ ਕੇ ਮੁਕਾਬਲਾ ਕਰ ਸਕੇ, ਇੰਨੀ ਰਫ਼ਤਾਰ ਦਾ ਮਾਲਕ ਹੈ। ਤੇ ਜਿੱਥੇ ਜਿੱਥੇ ਉਹ ਕਰਤੱਵ ਕਰਦਾ ਹੈ, ਜਿਵੇਂ ਪਲਟ ਕੇ ਜੰਗੇ ਮੈਦਾਨ ਦੇ ਵਿੱਚ ਦੁਸ਼ਮਣ ਨੂੰ ਫੁੰਡ ਲੈਂਦਾ ਹੈ, ਜੋ ਮਹਾਰਾਜ ਉਹਨੂੰ ਮੋੜਦੇ, ਚੰਚਲ ਹੈ, ਭਾਵ ਅੰਦਰੂਨੀ ਪੱਧਰ ਤੇ ਇੰਨਾ ਸੁਚੇਤ ਹੈ ਉਹ ਘੋੜਾ ਵੀ, ਕਿ ਜਿਹਦੇ ਉੱਪਰ ਸਵਾਰ ਰੱਬੀ ਅਵਤਾਰ, ਰੱਬੀ ਪੁਰਖ ਬੈਠਾ ਹੈ। ਉਹ ਜਿਹੜਾ ਘੋੜਾ ਵੀ ਬੜੀ ਬਖਸ਼ਿਸ਼ ਦਾ ਮਾਲਕ ਹੈ ਜੀ। ਪੂਰਬ ਉੱਤਰ ਕੀ ਦਿਸ ਚਾਲੇ। ਪੂਰਬ ਤੋਂ ਉੱਤਰ ਵਾਲੇ ਪਾਸੇ, ਜਿਵੇਂ ਪੂਰਬ ਦਿਸ਼ਾ ਹੈ ਜਿਸ ਸਥਾਨ ਤੋਂ ਸੂਰਜ ਉਗਦਾ ਹੈ, ਪੱਛਮ ਜਿਸ ਸਥਾਨ ਤੇ ਜਾ ਕੇ ਛਿਪਦਾ ਹੈ, ਤੇ ਉੱਤਰ ਇਹ ਪੂਰਬ ਤੋਂ ਉੱਤਰ ਵਾਲੇ ਪਾਸੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਪਏ ਸਨ। ਕਰਤ ਖੇਰ ਮਿਰਗਨ ਕੋ ਪਾਲੇ। ਤੇ ਇੱਛਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਿ ਅੱਜ ਜੰਗਲ ਦੇ ਵਿੱਚ ਜਾ ਕਰਕੇ ਕਿਸੇ ਮਿਰਗ ਦਾ ਸ਼ਿਕਾਰ ਕਰਨਾ ਹੈ। ਹੁਣ ਜੇ ਉੱਦਾਂ ਆਪਾਂ ਬਾਤ ਕਰਾਂਗੇ ਨਾ, ਮਿਰਗ ਦਾ ਸ਼ਿਕਾਰ ਕਰਨਾ, ਉਹ ਵੀ ਘੋੜੇ ਤੇ ਚੜ੍ਹ ਕੇ ਨਿਸ਼ਾਨਾ ਲਾਉਣਾ, ਇਹ ਥੋੜਾ ਜਿਹਾ ਕਠਿਨ ਹੁੰਦਾ ਹੈ। ਆਮ ਜੇ ਅਸੀਂ ਗੱਲ ਕਰੀਏ ਨਾ, ਸ਼ਿਕਾਰੀ ਮਿਰਗਾਂ ਦਾ ਬਹੁਤ ਸ਼ਿਕਾਰ ਕਰਦੇ ਨੇ। ਐਸੀ ਗੱਲ ਨਹੀਂ, ਜਿਹੜੇ ਜੰਗਲਾਂ ਵਿੱਚ ਰਹਿੰਦੇ ਨੇ ਨਾ, ਅੱਜ ਵੀ ਆਪ ਨੂੰ ਪਤਾ ਹੋਵੇਗਾ, ਸ਼ਿਕਾਰੀ ਅਕਸਰ ਮਿਰਗਾਂ ਦਾ ਸ਼ਿਕਾਰ ਕਰਦੇ ਰਹਿੰਦੇ। ਲੇਕਿਨ ਮਿਰਗ ਨੂੰ ਹਮੇਸ਼ਾ ਛੁਪ ਕੇ ਸ਼ਿਕਾਰੀ ਸ਼ਿਕਾਰ ਨਿਸ਼ਾਨਾ ਬਣਾਉਂਦਾ, ਕਿਉਂਕਿ ਜੇ ਕਿਤੇ ਉਹਦੇ ਸਾਹਮਣੇ ਆ ਜਾਏ ਤੇ ਮਿਰਗ ਇੰਨੀ ਫੁਰਤੀ ਵਿੱਚ ਦੌੜਦਾ ਵੀ ਸ਼ਿਕਾਰੀ ਦਾ ਨਿਸ਼ਾਨਾ ਉਹ ਕਦੇ ਵੀ ਆਪਣੇ ਤਨ ਤੇ ਨਹੀਂ ਆਉਣ ਦਿੰਦਾ। ਇਸ ਲਈ ਆਮ ਸ਼ਿਕਾਰੀ ਜਦੋਂ ਵੀ ਮਿਰਗ ਦਾ ਸ਼ਿਕਾਰ ਕਰੇਗਾ ਨਾ, ਉਹ ਇੰਨਾ ਕੁ ਸਹਿ ਕੇ ਛੁਪ ਕੇ ਕਰੇਗਾ ਕਿ ਮਿਰਗ ਨੂੰ ਇਸ ਗੱਲ ਦੀ ਭਣਕ ਨਾ ਲੱਗੇ। ਉਦੋਂ ਹੀ ਪਤਾ ਲੱਗੇ ਜਦੋਂ ਉਹਦਾ ਜਿਹੜਾ ਨਿਸ਼ਾਨਾ ਹੈ ਮਿਰਗ ਦਾ ਸਿਰ ਜਾਂ ਪੇਟ ਭੇਦ ਕੇ ਪਾਰ ਚਲਿਆ ਜਾਏ। ਲੇਕਿਨ ਇਹਦੇ ਉਲਟ ਮੈਂ ਬੇਨਤੀ ਕਰਾਂਗਾ, ਇਤਿਹਾਸ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਦੋਂ ਵੀ ਕਿਤੇ ਸ਼ਿਕਾਰ ਖੇਡਿਆ ਹੈ ਨਾ, ਮਹਾਰਾਜ ਜੀ ਕੇ ਜੀਵਨ ਦਾ ਨਿਯਮ ਸੀ ਕਦੇ ਵੀ ਛੁਪ ਕੇ ਕਿਸੇ ਵੀ ਸ਼ਿਕਾਰ ਤੇ ਕਦੇ ਕੋਈ ਹਮਲਾ ਨਹੀਂ ਕਰਨਾ, ਉਹਦੇ ਤੇ ਕੋਈ ਸ਼ਸਤਰ ਨਹੀਂ ਚਲਾਉਣਾ। ਪਹਿਲਾਂ ਉਸ ਨੂੰ ਵੰਗਾਰ ਦਿੰਦੇ ਸਨ।
ਕਹਿ ਦਿੰਦੇ ਸਨ ਵੀ ਇਹਨੂੰ ਦੌੜਾਓ, ਤੇ ਜਦੋਂ ਉਹ ਸ਼ਿਕਾਰ ਦੌੜਦਾ ਸੀ ਫਿਰ ਆਪਣੇ ਤੀਰ ਦੇ ਨਾਲ ਉਹਦਾ ਨਿਸ਼ਾਨਾ ਪੁੰਨ ਦਿੰਦੇ ਸਨ। ਇੰਨੀ ਬਖਸ਼ਿਸ਼ ਹੈ ਮਹਾਰਾਜ ਜੀ ਕੇ ਨਿਸ਼ਾਨੇ ਵਿੱਚ, ਕਿਉਂਕਿ ਐਵੇਂ ਨਹੀਂ ਜੀਵਨ ਵਿੱਚ 14 ਜੰਗਾਂ ਫਤਿਹ ਹੁੰਦੀਆਂ ਤੇ ਵੱਡੇ ਵੱਡੇ ਜਰਨੈਲ ਉਸ ਤੀਰ ਤੋਂ ਆਪਣਾ ਸਿਰ ਲੁਕਾ ਕੇ ਦੌੜਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਹਿਰਨ ਦਾ ਮਿਰਗ ਦਾ ਸ਼ਿਕਾਰ ਕਰਦੇ ਨੇ ਤੇ ਪਹਿਲਾਂ ਉਹ ਵੀ ਸਿੱਖਾਂ ਵੱਲੋਂ ਕਹਿ ਦਿੱਤਾ ਜਾਂਦਾ ਵੀ ਇਹਨੂੰ ਮੈਂ ਦੌੜਾ ਦਿਓ, ਅਸੀਂ ਫੇਰ ਸ਼ਿਕਾਰ ਕਰਨਾ ਹੈ, ਭਾਵ ਅਸੀਂ ਇਹਦਾ ਛੁਪ ਕੇ ਇਹਦੇ ਤੇ ਨਿਸ਼ਾਨਾ ਨਹੀਂ ਲਾਉਣਾ। ਸੋ ਮਹਾਰਾਜ ਜੀ ਕੇ ਜੀਵਨ ਦੇ ਇਹ ਅਗੰਮੀ ਕਰਤੱਵ ਨੇ। ਅੱਜ ਗੁਰਦੇਵ ਮੌਜ ਵਿੱਚ ਆਏ ਨੇ, ਕਿਉਂਕਿ ਪਿਤਾ ਗੁਰਦੇਵ ਸ਼ਹਾਦਤ ਦੇਣ ਦੇ ਲਈ ਦਿੱਲੀ ਨੂੰ ਜਾ ਚੁੱਕੇ ਨੇ। ਇੱਥੇ ਜਿਵੇਂ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਮਹਾਰਾਜ ਹੁਣ ਧਰਮ ਕਰਮ ਵਿੱਚ ਆ ਰਹੇ ਨੇ। ਬਾਲ ਬੈ ਤੋਂ ਅੱਗੇ ਆ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਦਾ ਸਾਰਾ ਕਾਰਜ ਸੰਭਾਲਣਾ ਹੈ। ਲਖਨੌਰ ਦੇ ਪਾਸ ਹੀ ਜੰਗਲ ਵਿਖੇ ਜਿਵੇਂ ਇਹ ਖੇਡ ਖੇਡਦੇ ਨੇ, ਸ਼ਿਕਾਰ ਕਰਦੇ ਨੇ, ਉਹ ਸਾਰਾ ਵਰਤਾਂਤ ਭਾਈ ਸਾਹਿਬ ਜੀ ਹੋਰਾਂ ਨੇ ਦਰਜ ਕੀਤਾ। ਯਤਨ ਕਰਾਂਗੇ ਬਾਕੀ ਦੀਆਂ ਜਿਤਨੀਆਂ ਵਿਚਾਰਾਂ ਨੇ ਕੱਲ੍ਹ ਦੀਆਂ ਦੀਵਾਨਾਂ ਵਿੱਚ ਵਿਸਤਾਰ ਸਹਿਤ ਆਪ ਸੰਗਤਾਂ ਦੇ ਨਾਲ ਸਾਂਝੀਆਂ ਕਰਨ ਦਾ, ਕਿਉਂਕਿ ਮਹਾਰਾਜ ਜੀ ਕੇ ਜੀਵਨ ਦੀਆਂ ਜਿਤਨੀਆਂ ਵੀ ਘਟਨਾਵਾਂ ਨੇ ਬਾ ਕਮਾਲ ਨੇ। ਜਿੰਨਾ ਵੀ ਅਸੀਂ ਇਹਨਾਂ ਨੂੰ ਪੜ੍ਹੀਏ ਸੁਣੀਏ, ਗਿਆਨ ਵੀ ਮਿਲਦਾ, ਰਸ ਵੀ ਆਉਂਦਾ ਤੇ ਮਹਾਰਾਜ ਜੀ ਕੇ ਦਰਸ਼ਨ ਬਖਸ਼ਿਸ਼ ਵੀ ਹੁੰਦੇ ਨੇ। ਸੋ ਅੱਜ ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਇੱਥੇ ਇਹ ਵਿਚਾਰਾਂ ਨੂੰ ਵਿਸ਼ਰਾਮ ਦਿੰਦੇ ਹਾਂ, ਸਮਾਂ ਹੋ ਚੁੱਕਾ ਹੈ। ਰਹਿੰਦੀਆਂ ਵਿਚਾਰਾਂ ਕੱਲ੍ਹ ਦੀਆਂ ਦੀਵਾਨਾਂ ਵਿੱਚ ਇਹ ਇਤਿਹਾਸ ਆਪ ਸੰਗਤਾਂ ਦੇ ਨਾਲ ਸਾਂਝਾ ਕਰਾਂਗੇ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਇੱਥੇ ਹੀ ਸਮਾਪਤੀ ਹੈ। ਇਤਿਹਾਸ ਬਾਚਦਿਆਂ ਹੋਈਆਂ ਬੇਅੰਤ ਭੁੱਲਾਂ ਗੁਰਦੇਵ ਗੁਰੂ ਕੀ ਸੰਗਤ ਬਖਸ਼ ਲੈਣਾ ਜੀ। ਪੂਰਬ ਉੱਤਰ ਕੀ ਦਿਸ ਚਾਲੇ, ਕਰਤ ਅਖੇਰ ਮਿਰਨ ਕੋ ਭਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।